ਮਾਈਕ ਬੰਦ ਕਰ ਦੇਣਾ ਜੀ ਕਿਸੇ ਦਾ ਜਿਨ੍ਹਾਂ ਦਾ ਹੈਗਾ ਪਲੀਜ਼। ਸੁਖਿੰਦਰ ਜੀ ਦੇਖਿਓ ਪਲੀਜ਼। ਕਰਤਾ ਵੀਰ ਜੀ ਕਰਤਾ। ਹਾਂਜੀ ਹਾਂਜੀ, ਅੱਜ ਆਪਾਂ 1165 ਅੰਗ ਤੇ ਗਿਆਨ ਲੈ ਰਹੇ ਜੀ। ਔਰ ਇਹ ਸ਼ਬਦ ਜਿਹੜਾ ਹੈਗਾ ਕਾਫੀ ਵੱਡਾ ਸ਼ਬਦ ਹੈ ਭਾਈ। 10 ਬੰਦਾਂ ਦਾ ਆਪਣੇ 28 ਬੰਦਾਂ ਦਾ ਸ਼ਬਦ ਆ। ਔਰ ਨਾਮਦੇਵ ਜੀ ਦਾ ਹੀ ਸ਼ਬਦ ਆ। ਨਾਮਦੇਵ ਜੀ ਨਹੀਂ, ਆਪਣੀ ਜਿਹੜੀ ਹੈਗੀ ਆਪਣੀ ਖੁਦ ਦੇ ਜੀਵਨ ਦੇ ਬਾਰੇ ਨਾਮਦੇਵ ਜੀ ਨੇ ਆਪ ਹੀ ਬਿਆਨ ਕੀਤਾ ਹੈ। ਅਸੀਂ ਪਹਿਲਾਂ ਵੀ ਲੈ ਚੁੱਕੇ ਹਾਂ ਇਹ ਸ਼ਬਦ। ਨਾਮਦੇਵ ਜੀ ਦਾ ਦਿੱਲੀ ਦੀ ਜਿਹੜੀ ਹੈਗੀ, ਦਿੱਲੀ ਦਾ ਸੁਲਤਾਨ ਜਿਹੜਾ ਸੀਗਾ ਉਹਨੇ ਜਿਹੜਾ ਹੈਗਾ ਨਾਮਦੇਵ ਜੀ ਦੇ ਬਾਰੇ ਜਿਹੜਾ ਹੈਗਾ ਸੁਣ ਲਿਆ ਸੀਗਾ। ਕਿਉਂਕਿ ਇੱਕ ਵਾਰੀ ਨਾਮਦੇਵ ਜੀ ਜਿਹੜੇ ਸੀਗੇ ਸੁਖੈਨ ਹੀ ਜਿਹੜੇ ਹੈਗੇ ਉੱਥੇ ਜਮਨਾ ਦੇ ਕਿਨਾਰੇ ਤੇ ਉੱਥੇ ਬੈਠੇ ਸ਼ਮਸ਼ਾਨ ਘਾਟ ਦੇ ਨੇੜੇ। ਤੇ ਉੱਥੇ ਇੱਕ ਜਿਹੜੀ ਨੌਜਵਾਨ ਜਿਹੜੀ ਹੈਗੀ ਇਸਤਰੀ, ਉਹਦਾ ਪਤੀ ਜਿਹੜਾ ਹੈਗਾ ਉਹਦੀ ਲਾਸ਼ ਲੈ ਕੇ ਆ ਗਏ। ਤੇ ਉਹ ਇਸਤਰੀ ਉੱਥੇ ਉਹਨੇ ਨਾਮਦੇਵ ਜੀ ਨੂੰ ਬੈਠਿਆਂ ਨੂੰ ਉਹਨੇ ਵਿਚਾਰੀ ਨੇ ਇਹਨਾਂ ਨੂੰ ਮੱਥਾ ਟੇਕਿਆ। ਤੇ ਨਾਮਦੇਵ ਜੀ ਨੇ ਕਹਿ ਤਾ ਸੁਹਾਗਵਤੀ ਰਹੋ। ਤੇ ਉਹਦਾ ਤਾਂ ਬੰਦਾ ਜਿਹੜਾ ਹੈਗਾ ਤਾਜੀ ਉਹਦੀ ਡੈਥ ਹੋਈ ਸੀਗੀ। ਤੇ ਉਹ ਫਿਰ ਜਿਹੜਾ ਹੈਗਾ ਇਹਨਾਂ ਦੇ ਬਚਨ ਸੱਤ ਹੋ ਗਏ ਭਾਈ। ਤੇ ਸਾਰੀ ਜਗ੍ਹਾ ਦਿੱਲੀ ਦੇ ਵਿੱਚ ਫੈਲ ਗਿਆ ਭਾਈ। ਇਸ ਤਰ੍ਹਾਂ ਦਾ ਹਿੰਦੂ ਇੱਕ ਹੈਗਾ ਜਿਹੜਾ ਹੈਗਾ ਸੰਤ, ਜਿਨ੍ਹਾਂ ਦੇ ਬਚਨ ਜਿਹੜੇ ਹੈਗੇ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਹੈਗਾ ਆਹ ਚਮਤਕਾਰ ਹੋ ਗਿਆ। ਉਹ ਰਾਜੇ ਦੇ ਕੋਲ ਵੀ ਪਹੁੰਚ ਗਿਆ। ਰਾਜੇ ਨੂੰ ਕਿੱਥੇ ਫਿਰ ਜਿਹੜਾ ਹੈਗਾ ਇਹ ਬਰਦਾਸ਼ਤ ਹੋਣਾ ਸੀ ਵੀ ਕੋਈ ਹਿੰਦੂ ਜਿਹੜਾ ਹੈਗਾ ਇਸ ਤਰ੍ਹਾਂ ਜਿਹੜੀ ਹੈ ਉਹਦੀ ਪ੍ਰਸਿੱਧੀ ਹੋਏ। ਉਹਨੇ ਫਿਰ ਇਹਨਾਂ ਨੂੰ ਬੁਲਾ ਲਿਆ। ਆਹ ਜਿਹੜੇ ਹੈਗੇ ਅੱਗੇ ਨਾਮਦੇਵ ਜੀ ਦੇ ਮੂੰਹ ਤੋਂ ਆਪਾਂ ਸੁਣੀਏ। ਸੁਲਤਾਨ ਪੁੱਛੈ ਸੁਨ ਬੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਦੇਖੋ ਕਿਸ ਤਰ੍ਹਾਂ ਜਿਹੜਾ ਹੈਗਾ ਸੁਲਤਾਨ ਪੁੱਛੇ ਸੁਨ ਬੇਨਾਮਾ ਕਿਵੇਂ ਬੋਲੀ ਦੇਖੋ। ਬਿਲਕੁਲ ਨਾਮਦੇਵ ਜੀ ਨੇ ਉਸ ਤਰ੍ਹਾਂ ਦੀ ਬੋਲੀ ਰੱਖੀ ਹੈ ਜਿਸ ਤਰ੍ਹਾਂ ਰਾਜਾ ਬੋਲ ਰਿਹਾ ਹੈ। ਸੁਲਤਾਨ ਪੁੱਛ ਰਿਹਾ ਹੈ ਸੁਨ ਬੇਨਾਮਾ, ਓਏ ਨਾਮਿਆ ਸੁਣ। ਦੇਖੋ ਰਾਮ ਤੁਮਾਰੇ ਕਾਮਾ, ਤੇਰਾ ਰਾਮ ਜਿਹੜਾ ਹੈਗਾ ਜਿਹਦੀ ਤੂੰ ਭਗਤੀ ਕਰਦਾ ਹੈ, ਮੈਂ ਵੀ ਉਹਦਾ ਚਮਤਕਾਰ ਦੇਖਣਾ ਚਾਹੁੰਦਾ ਹੈ। ਮੈਂ ਵੀ ਉਹਦਾ ਕੰਮ ਦੇਖਣਾ ਚਾਹੁੰਦਾ ਹੈ। ਸੁਲਤਾਨ ਪੁੱਛੈ ਸੁਨ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਨਾਮਾ ਸੁਲਤਾਨੇ ਬਾਂਧਲਾ, ਦੇਖੋ ਤੇਰਾ ਹਰ ਬੀਠਲਾ ਰਹਾਓ। ਨਾਮਦੇਵ ਜੀ ਕਹਿੰਦੇ ਮੈਨੂੰ ਤਾਂ ਉਹਨੇ ਸੁਲਤਾਨ ਨੇ ਬੰਨ੍ਹ ਲਿਆ, ਉਹਦੇ ਬੰਦਿਆਂ ਨੇ ਮੈਨੂੰ ਜਿਹੜਾ ਹੈਗਾ ਬੰਨ੍ਹ ਲਿਆ। ਤੇ ਕਹਿੰਦਾ ਮੈਂ ਤੇਰੇ ਬੀਠਲ ਤੇਰੇ ਰਾਮ ਉਹਦਾ ਚਮਤਕਾਰ ਦੇਖਣਾ ਚਾਹੁੰਦਾ ਹੈ, ਉਹਦਾ ਕੰਮ ਦੇਖਣਾ ਚਾਹੁੰਦਾ ਹੈ। ਰਹਾਓ ਬਿਸਮਿਲ ਗਊ ਦੇਹੋ ਜਿਵਾਏ, ਨਾ ਤਰ ਗਰਦ ਨੇ ਮਾਰੋ ਠਾਏ। ਕਹਿੰਦੇ ਆਹ ਗਾਂ ਆ, ਇਹ ਗਾਂ ਜਿਹੜੀ ਹੈਗੀ ਮਰੀ ਹੋਈ ਗਾਂ ਆ। ਬਿਸਮਿਲ ਗਊ ਦੇਹੋ ਜਿਵਾਏ। ਔਰ ਗਾਂ ਵੀ ਜਿਹੜੀ ਹੈਗੀ ਆ ਬਿਸਮਿਲ ਕੀਤੀ ਆ, ਬਿਸਮਿਲ੍ਲਾ ਪੜ੍ਹ ਕੇ। ਬਿਸਮਿਲ ਇਹ ਲੋਕ ਜਿਹੜੇ ਹੈਗੇ ਕਿਸੇ ਨੂੰ ਕੁਰਬਾਨ ਕਰਦੇ ਆ ਤੇ ਬਿਸਮਿਲ੍ਲਾ ਪੜ੍ਹ ਕੇ ਕਰਦੇ ਆ। ਬਿਸਮਿਲ ਗਊ ਦੇਹੋ ਜਿਵਾਏ, ਕਹਿੰਦੇ ਇਹਨੂੰ ਜੀਂਦਾ ਕਰ। ਨਾ ਤੇਰ ਗਰਦਨ ਨੇ ਮਾਰੋ ਠਾਏ, ਨਹੀਂ ਤਾਂ ਤੇਰੀ ਗਰਦਨ ਦੇ ਉੱਤੇ ਜਿਹੜੀ ਹੈਗੀ ਆ ਮੈਂ ਤੇਰੀ ਗਰਦਨ ਕਲਮ ਕਰ ਦੂੰਗਾ, ਇਹ ਜਿਵੇਂ ਗਾਂ ਮਰੀ ਹੋਈ ਹੈ। ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੇ ਕੋਏ। ਹੇ ਬਾਦਸ਼ਾਹ, ਇਸ ਤਰ੍ਹਾਂ ਕਦੀ ਹੁੰਦਾ ਹੈ?
ਕੋਈ ਇੱਕ ਬੰਦੇ ਨੂੰ ਮਾਰ ਦਿੱਤਾ ਤੇ ਉਹ ਬੰਦਾ ਜਿਹੜਾ ਹੈਗਾ ਫਿਰ ਦੁਬਾਰਾ ਜਿੰਦਾ ਹੋ ਜਾਏ। ਐਵੇਂ ਤਾਂ ਨਹੀਂ ਹੁੰਦਾ ਭਾਈ। ਬਾਦਸ਼ਾਹ ਐਸੀ ਕਿਉਂ ਹੋਏ, ਬਿਸमिल किया न जीवे कोय, मेरा किया कछु ना होए, कर है राम होए है सोए। और दूसरी गल भी मेरा कीता होया कुछ नहीं हो सकता, मैं करता नहीं हैगा। जो राम ने करना है, जो कुछ भी हुंदा है दुनिया दे विच वो राम दा कीता होया हुंदा है, मेरा कीता नहीं हुंदा। बादशाह चढ़ियो अहंकार, गज हस्ती दीनो चमकार। बादशाह जिहड़ा हंकार च आ गया बई ये नहीं जिहड़ा हैगा जिंदा कर रहा, नहीं मान रहा मेरी गल, मेरा हुक्म। कहंदे इहनूं हाथी दे अगे जिहड़ा हैगा हाथी दे थल्ले कुचल दो इहनूं। हाथी नूं जिहड़ा हैगा वो महावत ने जिहड़ा हैगा ਉਹਨੂੰ त्रिशूल ਦੇ ਨਾਲ ਜਿਹੜਾ ਹੈਗਾ नामदेव जी ਨੂੰ ਬੰਨ੍ਹ ਕੇ ਉਹਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ। रुदन करे नामे की माए, छोड़ राम की ना भजे खुदाए। दूसरा ऑप्शन उन्होंने दिता सीगा बई राम राम करना बंद कर और खुदा खुदा करना शुरू कर दे, साडा धर्म कबूल कर ले, साडा धर्म वड्डा है, उच्चा है। नामदेव जी की माँ जिहड़ी हैगी वो भी नामदेव जी नूं बेनती कर रही है। रुदन करे, रोंदी है। रुदन करे नामे की माए, छोड़ राम की ना भजे खुदाए। माँ नूं तो तकलीफ होनी है, कहती राम नूं छड्ड के खुदा खुदा क्यों नहीं करना शुरू कर दिंदा, जान बचूगी तेरी। ना हो तेरा पूंगड़ा ना तू मेरी माए, पिंड पड़े तो हर गुन गाए। कहते माँ असली चीज़ ना तो तू मैं तेरा पुत हैगा, मैं तेरे तो उग्या आ, ना तू मेरी माँ हैगी आ। मैं तो मालक परमात्मा जिहड़ा हैगा ओदा अंश हैगा आ, मालक दी पैदावार है मैं। पिंड पड़ा तो हर गुण गाए, मेरा शरीर भावें जिहड़ा हैगा खत्म हो जाए, मैं तो मालक परमात्मा दी भगती करूँगा, मैं तो ओदे ही गुण गाऊँगा। करेगा जिंद सुंड की चोट, नामा उबरे हर की ओट। वो महावत उन्हें जिहड़े हैगे चोट मारी हाथी दे सुंड ते, पर वो भाई चिंगाड़ा मार के जिहड़ा हैगा उत्थे ही जिहड़ा हैगा जिवें नामदेव जी नूं नमस्कार कर रहा होए, कहंदे वो नहीं उन्हें कुचलिया। नामा उबरे हर की ओट, वो मालक परमात्मा ने नामदेव जी नूं जिहड़ा हैगा उत्थों बचा लिया। काजी मुल्ला करें सलाम, इन्हें हिंदू मेरा मलिया मान। काजी लोग, मुल्ला लोग, वड्डे वड्डे जिहड़े हैगे मुसलमान, जिहड़े धार्मिक आगू, न्याय करन वाले मुल्ला, जिहड़े धर्म का प्रचार करने वाले, करें सलाम। कहते सलाम करन लग पे पाई। तो बादशाह नूं होर गुस्सा चढ़ गया, इन्हें हिंदू मेरा मलिया मान, इन्हें हिंदू ने तो मेरा जिहड़ा हैगा होर मेरी इंसल्ट कर दी। बादशाह बेनती सुनियो, नामे सर पर सोना लिहो। और हिंदू मुसलमान जिहड़े सारे जिहड़े हैगे उन्होंने जिहड़ा हैगा बादशाह नूं कहा बई भाई इनू छड्ड, इनू क्यों इनू जिहड़ा हैगा इन्हें बेचारे ने की दोष किया है, इनू छड्ड दे। ये बरोबर जिहड़ा जिन्ना इहदा वजन है उन्ना सोना दे दिंदे, असीं तोल के सारे इकट्ठा करके सोना तेनू दे दिंदे, इनू छड्ड दे। माल लियो तो दोजक परों, दीन छोड़ दुनिया को भरों। बादशाह कहता मैं तो जे मैं पैसा लै लवां, सोना लै लवां तो मैं तो नरक च चले जाऊँगा, दोजक च चले जाऊँगा। मैं तो धर्म नूं छड्ड के जिहड़ा हैगा दुनिया दे विच आके जिहड़ा हैगा मैं तो लेखा देना पाऊगा। दुनिया को भरों, भी दुनिया का माल मैं पसंद कर लिया, धर्म नूं छड्ड के। पावों बेड़ी
ਹੱਥੋਂ ਤਾਲ ਨਾਮਾ ਗਾਵੇ ਗੁਣ ਗੋਪਾਲ। ਪੈਰਾਂ ਦੇ ਵਿੱਚ ਬੇੜੀ ਆ, ਨਾਮਦੇਵ ਜੀ ਹੱਥਾਂ ਦੇ ਨਾਲ ਤਾਲ ਲਗਾਉਂਦੇ ਆ ਔਰ ਮਾਲਕ ਪਰਮਾਤਮਾ ਦੇ ਗੁਣ ਗਾਉਂਦੇ ਆ, ਮਾਲਕ ਨੂੰ ਯਾਦ ਕਰਦੇ। ਗੰਗ ਜਮੁਨ ਜੋ ਉਲਟੀ ਬਹੈ ਤਉ ਨਾਮਾ ਹਰ ਕਰਤਾ ਰਹਿ। ਨਾਮਦੇਵ ਜੀ ਕਹਿੰਦੇ ਆ ਭਾਈ ਜੇ ਗੰਗਾ ਜਮਨਾ ਉੱਠੀ ਬਹਿਣ ਲੱਗ ਜਾਏ, ਦੁਨੀਆ ਇੱਧਰ ਦੀ ਉੱਧਰ ਹੋ ਜਾਏ, ਤਾਂ ਵੀ ਜਿਹੜਾ ਹੈਗਾ ਮੈਂ ਉਹ ਮਾਲਕ ਦੀ ਭਗਤੀ ਹੀ ਕਰਦਾ ਰਹੂੰਗਾ, ਉਸੇ ਮਾਲਕ ਨੂੰ ਯਾਦ ਕਰਦਾ ਰਹੂੰਗਾ, ਉਸੇ ਦਾ ਧਿਆਨ ਕਰਦਾ ਰਹੂੰਗਾ। ਸਾਤ ਘੜੀ ਜਬ ਬੀਤੀ ਸੁਣੀ ਅਜੂ ਨਾ ਆਇਓ ਤਿਰ ਭਵਨ ਧਣੀ। 7 ਘੜੀਆਂ 24 ਮਿੰਟ ਦੀ ਇੱਕ ਘੜੀ ਹੁੰਦੀ ਆ ਭਾਈ। हाँ 268 हो गए मिनट, देख लो। 7 ਘੜੀ ਜਬ ਬੀਤੀ ਸੁਣੀ, ਜਦ ਇੰਨੀਆਂ ਬੀਤ ਗਈਆਂ, ਇੰਨਾ ਸਮਾਂ ਗੁਜ਼ਰ ਗਿਆ, ਉੱਥੇ ਹੀ ਅਜੂ ਨਾ ਆਇਓ ਤਿਰ ਭਵਨ ਧਣੀ। ਕਹਿੰਦੇ ਉੱਥੇ ਉਹ ਮਾਲਕ ਪਰਮਾਤਮਾ ਨਹੀਂ ਆਇਆ ਔਰ ਨਾਮਦੇਵ ਜੀ ਨੂੰ ਵੀ ਨਹੀਂ ਮਾਰ ਸਕਿਆ ਉਹ ਰਾਜਾ ਸੁਲਤਾਨ, ਔਰ ਦੁਨੀਆ ਵੀ ਉੱਥੇ ਹੀ ਬੈਠੀ ਸੀਗੀ। ਪਾਖੰਡਤਨ ਬਾਜ ਬਜਾਇਲਾ ਗਰੁੜ ਚੜ੍ਹੇ ਗੋਬਿੰਦ ਆਇਲਾ। ਉੱਥੇ ਫਿਰ ਜਿਵੇਂ ਜਿਹੜੇ ਖੰਭ ਜਿਹੜੇ ਹੈਗੇ ਜ਼ੋਰ ਜ਼ੋਰ ਦੀ ਕਿਸੇ ਦੇ ਉੱਡਣ ਦੀ ਆਵਾਜ਼ ਆਉਂਦੀ ਆ, ਕਹਿੰਦੇ ਇੰਨੀ ਜ਼ੋਰ ਦੀ ਉੱਡਣ ਦੀ ਆਵਾਜ਼, ਬਾਜ ਦੀ ਜਿਵੇਂ ਖੰਭਾਂ ਦੀ ਆਵਾਜ਼ ਆਉਂਦੀ ਆ, ਗਰੁੜ ਪਕਸ਼ੀ ਦੇ ਉੱਤੇ ਚੜ੍ਹ ਕੇ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਗੋਬਿੰਦ ਆ ਗਿਆ ਭਾਈ। अपने भगत पर की प्रतिपाल गरुड़ चढ़े आए गोपाल। दोबारा लिखिਆ देख लो, अपने भगत ਦੇ ਵਾਸਤੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਪ੍ਰਤੀਪਾਲਨਾ ਕਰਨ ਵਾਸਤੇ ਆਪ ਆ ਗਿਆ ਗਰੁੜ ਦੇ ਉੱਤੇ ਛੱਡ ਕੇ। ਗੋਪਾਲ ਧਰਤੀ ਨੂੰ ਪਾਲਣ ਵਾਲਾ। ਕहें तो धरणी कोडी करो, कहें तो लेकर ऊपर तरो। कहें तो तरनी कोडी करो, कहें तो लेकर ऊपर तरो। कहते जे कहें तो मैं धरती जड़ी है टेढ़ी कर देना है, जे कहें तो पुट्ठी कर देना है धरती। एकदम उल्टा देना है धरती। कहें तो तरनी कोडी करो, कहें तो लेकर ऊपर तरो, कहें तो मुई गऊ देव जीवाए, सब कोई देखे पति आए। जे कहें तो मैं गां भी जिंदा कर देना है भाई। ਸਾਰੇ ਜਿਹੜੇ ਹੈਗੇ ਉਹਨਾਂ ਨੂੰ ਪਤਾ ਲੱਗ ਜਾਏ, ਉਹਨਾਂ ਨੂੰ ਵਿਸ਼ਵਾਸ ਹੋ ਜਾਏ ਭਗਤਾਂ ਦਾ, ਭਗਤੀ ਕਰਨ ਵਾਲਿਆਂ ਦਾ ਰਹਿੰਦੀ ਦੁਨੀਆ ਤੱਕ। ਕहें तो धरनी कोडी करो, कहें तो लेकर ऊपर तरो, कहें तो मुई गऊ देव जीवाए। देव जीवाए लिखਿਆ ਹੈ, ਫਸਟ ਪਰਸਨ ਮਾਲਕ ਪਰਮਾਤਮਾ ਬੋਲ ਰਿਹਾ ਹੈ, ਮਾਲਕ ਦੇ ਬੋਲ ਹੈਗੇ। कहें तो मुई गऊ देव जीवाए, सब कोई देखे पति आए। नामा परणवे सेल मसेल, गौ दुहाई बछरा मेल। नामदेव जी बेनती कर दे बई भाई तू गां ही जिंदी कर दे। नामदेव जी ने गां नूं जिहड़ा हैगा वो न्याणा पा के जिहड़ा हैगा बछड़ा 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 छड्ड के जिहड़ा हैगा गां चोली पाई, गां जिउंदी हो गई। दूधें दोहे जब मटकी परी, ले बादशाह के आगे धरी। दुध चो के हुण बादशाह दे अगे मटकी रख दिती। दूधें दोहे जब मटकी भरी, जद भर गई तो बादशाह दे अगे रखती। बादशाह महल में जाए, बादशाह भज गया उत्थों। बादशाह महल में जाए, महल चला गया, महल दे विच चला गया। आओगट की कट लागी आए। भाई ਹੁਣ ਤਾਂ ਡਰ ਗਿਆ ਉਹ ਬਾਦਸ਼ਾਹ, ਕਹਿੰਦਾ ਮੇਰੇ ਲਈ ਤਾਂ ਮੁਸੀਬਤ, ਮੈਂ ਤਾਂ ਜਿਹੜਾ ਮੁਸੀਬਤ ਮੋਲ ਲੈ ਲਈ। आओगट की कट लागी आए, बादशाह महल में जाए, आओगट की कट लागी आए। काजी मुल्ला बिनती फरमाए, बख्शी हिंदू मैं तेरी गाए। काजी और मुल्ला ਜਿਹੜੇ ਹੈਗੇ
ਉਹ ਵੀ ਮਗਰ ਉਹਨਾਂ ਦੇ ਹੱਥ ਬੇਨਤੀ ਭੇਜੀ, ਉਹਨਾਂ ਦੇ ਹੱਥ, ਬਖਸ਼ੀ ਹਿੰਦੂ, ਉਹ ਹਿੰਦੂ ਮੈਨੂੰ ਬਖਸ਼ ਲਾ, ਮੈਨੂੰ ਮਾਫ ਕਰ ਦੇ, ਮੈਂ ਤਾਂ ਤੇਰੀ ਗਾਂ ਆ, ਮੈਨੂੰ ਬਖਸ਼ ਦੇ। ਕਾਜੀ ਮੁੱਲਾ ਬੇਨਤੀ ਫਰਮਾਏ, ਉਹ ਬਾਦਸ਼ਾਹ ਦੀ ਬੇਨਤੀ ਉਹਨਾਂ ਨੇ ਆ ਕੇ ਨਾਮਦੇਵ ਜੀ ਨੂੰ ਫਰਮਾਈ, ਕਿਹਾ ਬਖਸ਼ੀ, ਬਾਦਸ਼ਾਹ ਕਹਿ ਰਿਹਾ ਬਖਸ਼ੀ ਹਿੰਦੂ, ਮੈਂ ਤੇਰੀ ਗਾਂ ਆ, ਮੈਨੂੰ ਬਖਸ਼। ਨਾਮਾ ਕਹੇ ਸੁਨੋ ਬਾਦਸ਼ਾਹ, ਇਹ ਕਿਛ ਪਤੀਆ ਮੁਝੇ ਦਿਖਾਏ। ਨਾਮਦੇਵ ਜੀ ਕਹਿੰਦੇ ਆ ਬਾਦਸ਼ਾਹ ਸੁਣ, ਕਹਿ ਦੋ ਉਹਨੂੰ ਜਾ ਕੇ ਬਈ ਆ ਮੈਨੂੰ ਵਿਸ਼ਵਾਸ ਦਿਵਾ ਦੇ, ਇਹ ਕਿਛ ਪਤੀਆ ਮੁਝੇ ਦਿਖਾਏ, ਮੈਨੂੰ ਆਹ ਚੀਜ਼ ਦੇ ਵਿਸ਼ਵਾਸ ਦਿਵਾ ਦੇ, ਇਸ ਚੀਜ਼ ਦਾ ਕਿ ਗਾਹਾਂ ਵਾਸਤੇ ਨਹੀਂ ਕਰੂਗਾ ਇਸ ਤਰ੍ਹਾਂ ਦੇ ਕੰਮ। ਨਾਮਾ ਕਹੇ ਸੁਨੋ ਬਾਦशाह, ਇਹ किछ पतिया मुझे दिखाए, इस पतिया का यह परवान, 7 सील चालो सुल्तान। और ये पतिया आ हैगी भाई, आ परवान है मैनू कि भाई तू बादशाह हैगा आ, तू जिहड़ा हैगा सील सुभाਅ ਦੇ ਨਾਲ, ਨਿਮਰਤਾ ਦੇ ਨਾਲ ਸਾਰਿਆਂ ਦੇ ਵਾਸਤੇ ਨਿਆਂ ਕਰਕੇ ਨਿਆਂ ਦੇ ਨਾਲ ਚੱਲ। इस पतिया का यह परवान, 7 सील चालो सुल्तान। तू सुल्तान है, मालिक ने सुल्तान बनाया है, तो तू सच दे उत्ते चल, सच्चा न्याय कर, अपने जीवन च सच नूं ना छड्ड, निमरता नूं ना छड्ड, चंगे करैक्टर नूं ना छड्ड। नाम दियो सब रहा समाए, मिल हिंदू सब नामै पै जाए। ਨਾਮਦੇਵ ਜੀ ਦੀ ਚਾਰੋਂ ਪਾਸੇ ਕਹਿੰਦੇ ਸਭ ਰਿਹਾ ਸਮਾਏ, ਚਾਰੋਂ ਪਾਸੇ ਨਾਮਦੇਵ ਜੀ ਦੀ ਪ੍ਰਸਿੱਧੀ ਹੋ ਗਈ। ਬਾਦਸ਼ਾਹ ਦੇ ਨਾਲ ਜਦ ਜਿਹੜਾ ਹੈਗਾ ਆ ਗੱਲਬਾਤ ਹੋ ਗਈ ਸਾਰਿਆਂ ਦੇ ਸਾਹਮਣੇ, ਤੇ ਫਿਰ ਜਿਹੜੀ ਹੈਗੀ ਉਹ ਤਾਂ ਅੱਗ ਵਾਂਗੂ ਫੈਲ ਗਈ ਸਾਰੀ ਜਗ੍ਹਾ ਤੇ। ਲੋਕੀ ਜਿਹੜੇ ਹੈਗੇ ਮਿਲ ਹਿੰਦੂ ਸਭ ਨਾਮੇ ਪੈ ਜਾਏ, ਸਾਰੇ ਜਿਹੜੇ ਪਲਟ ਗਏ ਸਾਰੇ, ਉੱਥੇ ਤਾਂ ਮੇਲਾ ਲੱਗ ਗਿਆ। ਜੋ ਆਪਕੀ ਵਾਰ ਨਾ ਜੀਵੇ ਗਾਏ, ਤਾਂ ਨਾਮਦੇਵ ਕਾ ਪਤੀਆ ਜਾਏ। ਕਹਿੰਦੇ ਹੁਣ ਜੇ ਗਾਂ ਨਹੀਂ ਜਿਉਂਦੀ ਹੁੰਦੀ ਤੇ ਨਾਮਦੇਵ ਜੀ ਦੀ ਜਿਹੜੀ ਹੈਗੀ ਆ ਵਿਸ਼ਵਾਸ ਪਥੀਆ ਉਸ ਮਾਲਕ ਪਰਮਾਤਮਾ ਤੇ, ਕਹਿੰਦੇ ਉਹ ਚਲੇ ਜਾਣਾ ਸੀਗਾ। ਭਗਤੀ ਮਾਲਕ ਪਰਮਾਤਮਾ ਨੇ ਜਿਹੜੇ ਵਾਸਤੇ ਦੁਨੀਆ ਬਣਾਈ ਆ, ਉਹ ਜਿਹੜੀ ਹੈਗੀ ਬਈ ਹੁਣ ਜਿਹੜਾ ਹੈਗਾ ਲੋਕਾਂ ਨੂੰ ਵਿਸ਼ਵਾਸ ਨਹੀਂ ਹੋਣਾ ਸੀਗਾ, ਰੱਬ ਤੇ ਵਿਸ਼ਵਾਸ ਟੁੱਟ ਜਾਣਾ ਸੀ ਲੋਕਾਂ ਦਾ। ਇਸ ਕਰਕੇ ਮਾਲਕ ਨੂੰ ਆਉਣਾ ਪਿਆ। ਜੋ ਆਪਕੀ ਬਾਹਰ ਨਾ ਜੀਵੇ ਗਾਏ, ता नामदेव का पतिया जाए। नामे की कीरत रही संसार, भगत जना ले उदरिया पार। नामदेव जी की कीर्ति सारे संसार दे उत्ते रही, और नामदेव जी जिहड़े हैगे भगत जना नूं संसार समुंदर तो हाले भी पार लैके जांदे आ पाए, हाले भी उधारदे आ। सगल कलेश निंदक पाया खेद, सारे कलेश जिहड़े हैगे आ, ਸਾਰੇ ਕਲੇਸ਼ ਉਹ ਨਿੰਦਕ ਜਿਹੜਾ ਨਿੰਦਾ ਕਰਨ ਵਾਲੇ ਜਿਹੜੇ ਹੈਗੇ ਕਲੇਸ਼ ਕਰਨ ਵਾਲੇ ਹੈਗੇ, ਉਹ ਉਹਨਾਂ ਨੂੰ ਸਾਰੇ ਦੁੱਖ ਆ ਜਾਂਦੇ ਉਹਨਾਂ ਦੇ, ਔਰ ਉਹਨਾਂ ਨੂੰ ਖੇਦ ਕਰਨਾ ਪੈਂਦਾ। ਆਖੀਰ ਦੇ ਵਿੱਚ ਜਿਹੜਾ ਹੈਗਾ ਨਿੰਦਾ ਕਰਨ ਵਾਲੇ ਨੂੰ ਤਕਲੀਫ ਉਠਾਉਣੀ ਪੈਂਦੀ ਹੈ। ਨਾਮੇ ਨਾਰਾਇਣ ਨਾਹੀ ਭੇਦ, ਨਾਮਦੇਵ ਜੀ ਔਰ ਉਸ ਮਾਲਕ ਪਰਮਾਤਮਾ ਨਾਰਾਇਣ ਦੇ ਵਿੱਚ ਪਾਏ, ਦੋਨਾਂ ਦੇ ਵਿੱਚ ਕੋਈ ਭੇਦ ਨਹੀਂ ਆ। ਭਗਤ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਂਦੇ ਆ, ਬੂੰਦ ਸਾਗਰ ਦੇ ਵਿੱਚ ਚਲੇ ਜਾਂਦੀ ਆ। ਔਰ ਇਸ ਤੋਂ ਬਾਅਦ ਫਿਰ ਨਾਮਦੇਵ ਜੀ ਚੁੱਪਚਾਪ ਜਿਹੜੇ ਹੈਗੇ ਉੱਥੋਂ ਨਿਕਲ ਗਏ ਔਰ ਪੰਜਾਬ ਵੱਲ ਨੂੰ ਤੁਰ ਪਏ। ਔਰ ਤੁਰ ਕੇ ਜਿਹੜੇ ਹੈਗੇ ਫਿਰ ਦੇਖ ਲਓ ਕਿੱਥੇ ਜਿਹੜੇ ਹੈਗੇ ਉਹ ਬਟਾਲੇ ਦੇ ਕੋਲ ਜਿਹੜਾ ਹੈਗਾ ਉਹਨਾਂ ਦਾ ਦਿਓਰਾ ਬਣਿਆ ਹੋਇਆ ਹੈ ਨਾਮਦੇਵ ਜੀ ਦਾ, ਉੱਥੇ ਉਹਨਾਂ ਨੇ ਸਰੀਰ ਤਿਆਗਿਆ। सगल कलेश निंदक पाया खेद, नामे नारायण नाही भेद। हाँ जी, नामदेव जी ਦੀ ਉਹਨਾਂ ਦੇ ਮੁਖਾਰਬਿੰਦ ਤੋਂ ਜਿਹੜੇ ਹੈਗੇ ਉਹਨਾਂ ਦੀ ਆਪਣੀ ਜਿਹੜੀ ਹੈਗੀ ਕਲਮ ਤੋਂ ਆ ਸ਼ਬਦ ਹੈਗਾ ਸੀ। ਹਾਂਜੀ ਗੋਰਖੀ ਸਾਹਿਬ, ਤੁਸੀਂ ਇਹਦਾ ਸਾਰਾਂਸ਼ ਦੱਸ ਦਿਓ ਬਸ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਦੇਖੋ ਇਹ ਤੇ ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਦੇ ਵਿੱਚ ਵਾਪਰਿਆ
ਉਹ ਸਮਾਂ ਉਹਨੂੰ ਕਲਮਬੱਧ ਕੀਤਾ ਹੈ। ਹਾਂ ਸਾਨੂੰ ਤੇ ਇਹੋ ਸਮਝਾਇਆ ਹੈ ਕਿ ਵੈਸੇ ਵੀ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ ਬੜੀ ਸਹਾਇਤਾ ਕਰਦਾ ਹੈ, ਸਾਨੂੰ ਭਵ ਸਾਗਰ ਤੋਂ ਤੇ ਬਚਾਉਂਦਾ ਹੈ। ਵੈਸੇ ਵੀ ਜਿਹੜੇ ਕਾਫੀ ਹੱਦ ਤੱਕ ਜਿਹੜੇ ਅਸੀਂ ਕਰਮ ਭੋਗਣੇ ਹੁੰਦੇ ਆ ਉਹ ਤੋਂ ਵੀ ਸਾਨੂੰ ਬਚਾ ਜਾਂਦਾ ਹੈ। ਕਿਉਂ ਬਚਾਉਂਦਾ ਹੈ? ਕਿਉਂਕਿ ਪਰਮਾਤਮਾ ਦੀ ਸ਼ਰਨ ਚ ਜਦੋਂ ਵੀ ਕੋਈ ਚਲਾ ਜਾਂਦਾ ਹੈ ਨਾ ਤੇ ਉਹਦੀ ਇੱਜ਼ਤ ਪਰਮਾਤਮਾ ਜ਼ਰੂਰ ਰੱਖਦਾ। ਇਹ ਮੁੱਢ ਤੋਂ ਇੱਕ ਵਿਧਾਨਤ ਬਣਿਆ। ਇਹ ਖਾਸ ਕਰਕੇ ਵੇਖੋ ਕਬੀਰ ਜੀ ਦੇ ਨਾਲ ਵੀ ਬਨਾਰਸ ਦੇ ਵਿੱਚ ਵੇਖੋ ਕਿੱਦਾਂ ਉਹਨਾਂ ਨੇ ਹਾਥੀ ਨੂੰ ਭੇਜਿਆ। ਫਿਰ ਨਾਮਦੇਵ ਜੀ ਵੀ, ਇਹ ਨਾਮਦੇਵ ਜੀ, ਕਬੀਰ ਜੀ, ਇੱਕ ਹੋਰ ਨਿੱਜਰ ਸਾਹਿਬ, ਹੋਰ ਕਿਹੜੇ ਭਗਤ ਹੋਏ ਨੇ ਜਿਨ੍ਹਾਂ ਨੂੰ ਤਕਲੀਫ ਜਿਹੜੇ ਸਮਕਾਲੀ ਇਹ ਨਾਮਦੇਵ ਜੀ ਹੋਇਆ, ਕਬੀਰ ਜੀ ਹੋਇਆ, ਇੱਕ ਜਿਹੜੇ ਹੈਗੇ ਆਪਣੇ ਰਵਿਦਾਸ ਜੀ ਹੋਇਆ, ਇੱਕ ਰਵਿਦਾਸ ਜੀ, ਹਾਂਜੀ ਕਬੀਰ ਜੀ, ਨਾਮਦੇਵ ਜੀ, त्रिलोचन जी भी होया जी। हाँ 4 भगत होए ਜੀ ਵੀ ਹੋਏ। हाँ 4 भगत होए। ਹਾਂ ਇਹ ਜਿਹੜੇ ਭੀਖ ਭਗਤ ਹੋਏ ਨੇ ਜਦੋਂ ਤੋਂ ਬ੍ਰਹਮ ਗਿਆਨੀ ਹੋਏ ਨੇ ਤੇ ਬੜੀ ਦੂਰ ਰਹਿੰਦੇ ਨੇ, ਬਹੁਤ ਦੂਰ, ਹਜ਼ਾਰਾਂ ਹੀ ਕਿਲੋਮੀਟਰ ਦਾ ਫਰਕ ਹੈ। ਇਹਦੇ ਬਾਵਜੂਦ ਵੀ ਇਹਨਾਂ ਦਾ ਨਾਮ ਬਹੁਤ ਸੀ ਉਹਨੂੰ, ਕਿਉਂਕਿ ਪਹਿਲਾਂ ਦਾ ਵਿਧਾਨਤ ਬਣਿਆ ਸੀ, ਤੁਹਾਨੂੰ ਪਤਾ ਹੀ ਹੈ, ਧਾਰਮਿਕ ਸਥਾਨਾਂ ਤੇ ਜਾਣਾ, ਉੱਥੇ ਕਰਮ ਕਾਂਡ ਕਰਨੇ, ਪੂਜਾ ਕਰਨੀ ਜਾਂ ਕੋਈ ਆਪਣੇ ਵੱਲੋਂ ਭੇਟਾ ਚੜਾਉਣੀ। ਪਰ ਇਹਨਾਂ ਨੇ ਉਸ ਚੀਜ਼ ਨੂੰ ਦੂਜੇ ਰੂਪ ਚ ਰਿਪਰੈਜ਼ੈਂਟ ਕੀਤਾ ਕਿ ਏਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਕਿਉਂਕਿ ਉਹ ਕਹਿੰਦੇ ਕਿ ਤੁਸੀਂ ਨਿਰਲੋਭ ਭਗਤੀ ਕਰੋ, ਬਸ ਤੁਹਾਨੂੰ ਕੁਝ ਦੇਣ ਲੈਣ ਦੀ ਕੋਈ ਲੋੜ ਨਹੀਂ ਹੈ, ਤੁਸੀਂ ਆਪਣਾ ਜੀਵਨ ਦਾ ਸਮਾਂ ਦਿਓ। ਕਿਉਂਕਿ ਪ੍ਰਕਿਰਤੀ ਦੇ ਅਧੀਨ ਜੋ ਵੀ ਆ ਗਿਆ ਨਾ, ਦੇਖੋ ਆਪ ਇਸ ਚੀਜ਼ ਨੂੰ ਸਮਝੋ, ਆਪਾਂ ਜਿੱਦਾਂ ਦਾ ਜੀਵਨ ਬਤੀਤ ਕਰਦੇ ਹਾਂ ਨਾ, ਅਸੀਂ ਉਸੇ ਤਰ੍ਹਾਂ ਹੀ ਜੀਵਨ ਬਤੀਤ ਕਰਦੇ ਜਾਂਦੇ ਹਾਂ। ਆਖਰ ਤੇ ਬੰਦਾ ਮਰ ਜਾਂਦਾ, ਪਤਾ ਨਹੀਂ ਲੱਗਦਾ ਉਹਨੂੰ ਮੈਂ ਏਦਾਂ ਕਿਉਂ ਕਰ ਰਿਹਾ। ਉਹ ਸੋਚਦਾ ਨੋਰਮਲ ਹੀ ਆ। ਹੁਣ ਇੱਥੇ ਮੇਰੇ ਪਰਿਵਾਰ ਦੇ ਵਿੱਚ ਵੀ ਕਈ ਜੀ ਹੈਗੇ ਨੇ, ਬਸ ਓਦਾਂ ਹੀ ਉਹ ਜੀਵਨ ਬਤੀਤ ਕਰਦੇ ਨੇ। ਇੱਕ ਬੇਹੋਸ਼ੀ ਹੈਗੀ ਆ, ਬਾਰ-ਬਾਰ ਹੀ ਕ੍ਰੋਧ ਚੜ੍ਹਨਾ ਹੈ, ਰੌਲਾ ਪਾਉਣਾ ਹੈ, ਹਰ ਦਿਨ ਲੜਨਾ ਹੈ, ਜਿੱਥੇ ਲੜਾਈ। ਉਹ ਬੰਦਾ ਜੱਜਮੈਂਟ ਨਹੀਂ ਕਰਦਾ ਕਿ ਮਤਲਬ ਇੱਕ ਵਾਰੀ ਗਲਤੀ ਹੋ ਗਈ, 2 ਵਾਰੀ ਹੋ ਗਈ, 3 ਵਾਰੀ ਹੋ ਗਈ, ਏਦਾਂ ਮੈਂ ਕਿਉਂ ਕਰਦਾ। ਹੁਣ ਜਦ ਤੱਕ ਉਹ ਖੁਦ ਨਹੀਂ ਇਹ ਚੀਜ਼ ਨੂੰ ਸਮਝਦਾ, ਉਹਨਾਂ ਚਿਰ ਮਸਲੇ ਦਾ ਹੱਲ ਨਹੀਂ। ਹੁਣ ਐਸੇ ਬੰਦੇ ਦੇ ਨਾਲ ਰਹਿਣਾ ਕਿੰਨਾ ਔਖਾ, ਆਪ ਜਸਟ ਸੋਚ, ਕਿੰਨਾ ਔਖਾ ਇਸ ਬੰਦੇ ਨਾਲ ਰਹਿਣਾ। ਉਹ ਬੰਦੇ ਨੂੰ ਪਤਾ ਨਹੀਂ ਹੈ, ਉਹਨੂੰ ਜੇ ਤੁਸੀਂ ਸਮਝਾਓਗੇ ਵੀ ਉਹਨੇ ਨਹੀਂ ਸਮਝਣਾ, ਉਹਨੇ ਸਮਝਣਾ ਕਿ ਮੈਂ ਸਹੀ ਹਾਂ। ਪਰ ਬਾਣੀ ਤੇ ਇਹ ਕਹਿੰਦੀ ਆ ਕਿ ਬਈ ਤੂੰ ਥੋੜਾ ਜਿਹਾ ਆਪਣੀ ਉਸ ਜਿਹੜੀ ਤੇਰੀ ਅੰਦਰ ਦੀ ਜਿਹੜੀ ਐਨਕ ਆ, ਉਸ ਦੇ ਵਿੱਚੋਂ ਤੂੰ ਬਾਰ-ਬਾਰ ਦੇਖ ਰਿਹਾ, ਔਰ ਤੈਨੂੰ ਨਹੀਂ ਪਤਾ ਲੱਗਣ ਦਿਆ ਕਿ ਤੇਰੇ ਕਰਕੇ ਦੂਜੇ ਕਿੰਨੇ ਬੰਦੇ ਡਿਸਟਰਬ ਹੋ ਰਹੇ। ਹੁਣ ਇੱਥੇ ਵੇਖੋ, ਇਹਨਾਂ ਦਾ ਇਮਤਿਹਾਨ ਲੈ ਰਹੇ ਨੇ। ਲੋਕਾਂ ਨੇ ਕੰਪਲੇਂਟ ਕੀਤੀ ਹੋਣੀ ਰਾਜੇ ਨੂੰ, ਆਪਣੇ ਗੁਰੂਆਂ ਦੇ ਪ੍ਰਤੀ ਵੀ ਬੜੀ ਕੰਪਲੇਂਟਾਂ ਜਾਂਦੀਆਂ ਸੀ ਉਹਨੂੰ। ਬਿਲਕੁਲ ਜਾਂਦੀਆਂ ਸੀ, ਬਿਲਕੁਲ। 5ਵੀਂ ਪਾਤਸ਼ਾਹੀ ਨੂੰ ਸ਼ਹੀਦ ਕੀਤਾ, 9ਵੀਂ ਪਾਤਸ਼ਾਹੀ ਦੇਖ ਲਓ ਸ਼ਹੀਦ ਹੋਈ ਆ। ਇਸ ਜਗ੍ਹਾ ਸ਼ਹੀਦੀ ਦਿੱਤੀ ਆ, ਇਸ ਜਗ੍ਹਾ ਚਮਤਕਾਰ ਨਹੀਂ ਦਿਖਾਇਆ, ਜਿੱਥੇ ਇਹ ਪਰਮਾਤਮਾ ਦਾ ਹੁਕਮ ਹੈ, ਮਾਲਕ ਦਾ ਚਮਤਕਾਰ ਨਹੀਂ ਦਿਖਾਇਆ। ਹਾਂਜੀ, ਉਹ ਵੀ ਕਹਿੰਦੇ ਕਿ ਸ਼ਕਤੀਆਂ ਦਿਖਾਓ ਸਾਨੂੰ। ਉਹ ਗੱਲ ਸ਼ਕਤੀਆਂ ਦੀ ਨਹੀਂ ਹੈਗੀ, ਸ਼ਕਤੀਆਂ ਕੀ ਦਿਖਾਉਣੀਆਂ। ਉਹ ਇਹ ਸੋਚਦੇ ਆ ਕਿ ਸੰਸਾਰ ਦਾ ਭਲਾ ਕਿੱਦਾਂ ਹੋ ਸਕਦਾ। ਦੇਖੋ ਬਿਨਾਂ ਸ਼ਹੀਦੀ ਦੇ ਕੁਛ ਨਹੀਂ ਹੋ ਸਕਦਾ। ਜੇ ਗੁਰੂ ਗੋਬਿੰਦ ਸਿੰਘ ਜੀ ਨਾ ਸ਼ਹੀਦੀ ਦਿੰਦੇ ਨਾ, ਤੇ ਇੰਨੀ ਜ਼ਿਆਦਾ ਜਿਹੜੀ ਸਿੱਖ ਕੌਮ ਨਹੀਂ ਇਕੱਠੀ ਹੋਣੀ। ਜੇ ਉਹਨਾਂ ਦੇ ਬੱਚੇ, ਹੁਣ ਉਹ ਵੱਖਰੀ ਗੱਲ ਹੈ ਕਿ ਆਪਾਂ ਕਿੱਦਾਂ ਜਾ ਰਹੇ ਹਾਂ, ਪਰ ਆਪਾਂ ਵੀ ਉਸੇ ਅੰਸ ਚ ਚੱਲ ਰਹੇ। ਆਪਣਾ ਤੇ ਮਾਰਗ ਹੋਰ ਕਿਸਮ ਦਾ ਹੈ, ਪਰ ਬਹੁਤ ਸਾਰੇ ਲੋਕ ਦੂਜੇ ਮਾਰਗ ਤੁਰੇ ਜਾਂਦੇ। ਪਰ ਅਸਲ ਦੇ ਵਿੱਚ ਉਹਨਾਂ ਨੇ ਸਾਨੂੰ ਮੁਕਤ ਕੀਤਾ ਉਹਨਾਂ ਬੰਧਨਾਂ ਤੋਂ, ਅਗਿਆਨ ਤੋਂ। ਹੁਣ ਵੇਖੋ ਆਹ ਬਾਣੀ ਜਿਹੜੀ ਹੈ, ਉਹ ਬਾਣੀ ਕਿਉਂ ਏਦਾਂ ਦੀ ਉਚਾਰ ਰਹੇ ਨੇ, ਤਾਂ ਜੋ ਉਹ ਕਹਿੰਦੇ ਆ ਕਿ ਕਿਸੇ ਤਰੀਕੇ ਨਾਲ ਸਾਨੂੰ ਗਿਆਨ ਹੋ ਜੇ, ਸਾਡੇ ਅੰਦਰ ਵਿਸ਼ਵਾਸ ਵੱਜ ਜੇ। ਪਰ ਮਨੁੱਖ ਦੇ ਅੰਦਰ ਵਿਸ਼ਵਾਸ ਬਣਨਾ ਕੋਈ ਮਜ਼ਾਕ ਨਹੀਂ ਹੈ। ਬੰਦਾ ਜਾਂਦਾ ਧਾਰਮਿਕ ਸਥਾਨ ਤੇ ਹੀ ਆ, ਪਰ ਇਹਨੂੰ ਇਹ ਵਿਸ਼ਵਾਸ ਨਹੀਂ ਹੁੰਦਾ ਪੂਰਾ ਨਾ, ਡਾਵਾਡੋਲ ਜਿਹਾ ਵਿਸ਼ਵਾਸ ਹੁੰਦਾ, ਔਰ ਕਦੇ ਇੱਧਰ ਕਦੇ ਉੱਧਰ। ਪਰ ਮੈਂ ਕਹਿੰਦਾ ਕਿ ਤੁਸੀਂ ਵਿਸ਼ਵਾਸ ਬੰਨ ਕੇ ਵੇਖੋ
ਤੇ ਆਟੋਮੈਟਿਕਲੀ ਤੁਹਾਨੂੰ ਪਤਾ ਲੱਗ ਜਾਣਾ ਹੈ। ਕੋਈ ਕਹਿਣ ਕੋਣ ਦੀ ਗੱਲ ਨਹੀਂ ਹੈ। ਇਹ ਜਿੱਦਾਂ ਉਹਨਾਂ ਨੇ ਇਮਤਿਹਾਨ ਲਿਆ ਨਾ, ਉਸੇ ਹੀ ਤਰ੍ਹਾਂ ਜਦੋਂ ਆਪਾਂ ਵਿਸ਼ਵਾਸ ਬੰਨ ਕੇ ਇਸ ਦਿਸ਼ਾ ਦੇ ਵੱਲ ਚੱਲਦੇ ਹਾਂ ਤੇ ਫਿਰ ਪ੍ਰਕਿਰਤੀ ਨੂੰ ਨਾ ਆਪਣੇ ਰੂਲ ਬਦਲਣੇ ਪੈਂਦੇ ਆ, ਬਿਲਕੁਲ ਬਦਲ ਜਾਂਦੀ ਹੈ। ਕਿਉਂਕਿ ਉਹ ਪਰਮਾਤਮਾ ਦੇ ਵੱਲ ਜਦੋਂ ਆਪਾਂ ਜਾਂਦੇ ਹਾਂ ਤੇ ਫਿਰ ਜਿਹੜੇ ਸਾਡੇ ਜੋ ਕਰਮ ਨੇ, ਜੋ ਅਸੀਂ ਭਾਵੇਂ ਇਸ ਜਨਮ 'ਚ ਕੀਤੇ ਆ ਜਾਂ ਪਹਿਲਾਂ ਦੇ ਵੀ ਕੋਈ ਸੰਸਕਾਰ ਹੈਗੇ ਆ, ਉਹ ਆਟੋਮੈਟਿਕਲੀ ਹੀ ਖਤਮ ਹੋ ਜਾਂਦੇ। ਕੇਵਲ ਸਾਡੀ ਇੱਕ ਇੱਛਾ ਕਰਨ ਦੀ ਲੋੜ ਹੈ। ਆਪਾਂ ਇੱਛਾ ਕਰਕੇ ਚੱਲਦੇ। ਹੁਣ ਦੇਖੋ ਇਹਨਾਂ ਦਾ ਇਮਤਿਹਾਨ ਸੀ, ਕਿੱਦਾਂ ਉਹ ਰਾਜਾ ਆਇਆ ਹੈ, ਕਿੱਦਾਂ ਉਹਨੂੰ ਕਹਿ ਰਿਹਾ ਕਿ ਗਾਂ ਨੂੰ ਜਿੰਦਾ ਕਰੋ। ਉਹਨੂੰ ਗਾਂ ਜਿੰਦਾ ਵੀ ਕੀਤੀ, ਫਿਰ ਦੁੱਧ ਚੋਇਆ, ਫਿਰ ਰਾਜਾ ਡਰ ਕੇ ਚਲ ਗਿਆ, ਚਲਾ ਗਿਆ। ਔਰ ਇਸੇ ਤਰ੍ਹਾਂ ਹੀ ਵੇਖੋ, ਜਦੋਂ ਕੋਈ ਬੰਦਾ ਭਗਤੀ ਕਰਦਾ ਹੈ ਨਾ, ਤਾਂ ਉਹਦੀ ਜ਼ਿੰਦਗੀ 'ਚ ਵੀ ਏਦਾਂ ਦੇ ਕਈ ਕਾਰਨਾਮੇ ਹੁੰਦੇ ਨੇ, ਪਰ ਸਾਨੂੰ ਦਿਖਦੇ ਨਹੀਂ, ਕਿਉਂਕਿ ਅਸੀਂ ਸੋਚਦੇ ਕਿ ਓਦਾਂ ਹੀ ਹੋ ਗਿਆ। ਓਦਾਂ ਨਹੀਂ ਹੁੰਦਾ। ਬਿਨਾਂ ਕਾਰਨ ਦੇ ਕੋਈ ਵੀ ਕਾਰਨਾਮਾ ਨਹੀਂ ਹੁੰਦਾ, ਉਹਦੇ ਪਿੱਛੇ ਕਾਰਨ ਜ਼ਰੂਰ ਹੁੰਦਾ ਹੈ। ਤਾਂ ਇੱਥੇ ਆਪਾਂ ਇਹ ਚੀਜ਼ ਨੂੰ ਸਮਝੀਏ, ਠੀਕ ਹੈ ਜੀ। ਤੇ ਆਪਾਂ ਇੱਕ ਚੀਜ਼ ਨੂੰ ਇਹ ਸਮਝਣਾ ਹੈ ਕਿ ਜਿੱਦਾਂ ਰਾਤ ਨੂੰ ਆਪਾਂ ਸੌਂਦੇ ਹਾਂ, ਸਾਰਾ ਦਿਨ ਆਪਾਂ ਕਿੱਦਾਂ ਦਾ ਜੀਵਨ ਬਤੀਤ ਕੀਤਾ। ਆਪਾਂ ਨੂੰ 2 ਮਿੰਟ ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ ਕੇ ਵੇਖਣ ਦੀ ਲੋੜ ਆ ਕਿ ਅੱਜ ਦਾ ਦਿਨ ਮੇਰਾ ਸੀ, ਉਹਦੇ ਵਿੱਚ ਕੋਈ ਮੈਂ ਗੜਬੜ ਤੇ ਨਹੀਂ ਕੀਤੀ। ਕੇਵਲ ਇੰਨੀ ਲੈਣ ਸ਼ਾਮ ਨੂੰ 5 ਮਿੰਟ, ਉੱਥੇ ਮੈਂ ਜੋ ਗੜਬੜ ਕੀਤੀ ਆ, ਕੀ ਉੱਥੋਂ ਮੈਂ ਕੁਝ ਸਿੱਖਿਆ ਜਾਂ ਨਹੀਂ ਸਿੱਖਿਆ। ਆਪ 2-4 ਮਿੰਟ ਏਦਾਂ ਆਪਣੇ ਜੀਵਨ ਤੇ ਲਾਉਣੇ ਆ ਤੇ ਤੁਸੀਂ ਕੁਝ ਸਮੇਂ ਬਾਅਦ ਦੇਖਣਾ ਤੁਹਾਡਾ ਜੀਵਨ ਆਪਣੇ ਆਪ ਹੀ ਬਦਲਣਾ ਸ਼ੁਰੂ ਹੋ ਜਾਣਾ। ਇਨਸਾਨ ਦੀ ਇੱਕ ਪ੍ਰੋਬਲਮ ਹੈਗੀ ਹੈ, ਇਨਸਾਨ ਸਾਰੀ ਦੁਨੀਆ ਨੂੰ ਜਾਣਦਾ ਹੈ। ਇਨਸਾਨ ਨੂੰ ਪਤਾ ਹੈ ਘਰ 'ਚ ਕਿੰਨੇ ਕਮਰੇ ਨੇ, ਕਿੰਨਾ ਖਰਚਾ ਆਇਆ ਹੈ, ਕਿੰਨੀ ਲੱਕੜ ਲੱਗੀ ਆ, ਕਿੰਨੀ ਕਿਸਮ ਦੇ ਲੋਕ ਲੱਗੇ ਆ, ਕਿੰਨੀਆਂ ਅਲਮਾਰੀਆਂ, ਕਿੰਨੇ ਬੈੱਡ, ਕਿੰਨੀਆਂ ਜੁੱਤੀਆਂ ਰੁਕੇਗੀਆਂ। ਹਰ ਇੱਕ ਚੀਜ਼ ਦਾ ਪਤਾ ਇਨਸਾਨ। ਮੋਬਾਈਲ ਦੇ ਵਿੱਚ ਕਿਹੜੇ ਕਿਹੜੇ ਫੰਕਸ਼ਨ ਨੇ, ਟੀਵੀ 'ਚ ਕਿਹੜੇ ਕਿਹੜੇ ਫੰਕਸ਼ਨ ਨੇ, ਕਿਹੜਾ ਕਿਹੜਾ ਚੈਨਲ ਹੁੰਦਾ। ਪਰ ਇਨਸਾਨ ਦੀ ਇੱਕ ਸਭ ਤੋਂ ਵੱਡੀ ਕਮਜ਼ੋਰੀ ਹੈ, ਮੋਸਟਲੀ ਸਾਰੇ ਇਨਸਾਨਾਂ ਦੀ ਗੱਲ ਕਰਦਾ ਮੈਂ, ਇਹ ਇਨਸਾਨ ਨੂੰ ਆਪਣੇ ਆਪ ਦੇ ਬਾਰੇ ਕੁਝ ਨਹੀਂ ਪਤਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਨਹੀਂ ਪਤਾ ਵਿਚਾਰੇ ਨੂੰ, ਔਰ ਨਾ ਇਹ ਜਾਣਨ ਦੀ ਕੋਸ਼ਿਸ਼ ਕਰਦਾ। ਏਦਾਂ ਜੀਵਨ ਲੰਘ ਜਾਂਦਾ ਸੁੱਤੇ ਹੀ। ਉਹ ਕਹਿੰਦੇ ਨਾ ਪੁਆਟ ਨਹੀਂ ਦਿੱਤੀ ਆ ਗੁਰੂ, ਇੱਕ ਦਿੰਦੇ ਨਾ, ਬਿਲਕੁਲ ਭਵਾਟਣੀ ਦਿੱਤੀ ਬਾਣੀ 'ਚ ਵੀ ਤੋਂ ਆਉਂਦੀ ਹੈ। ਉਹ ਭਵਾਟਣੀ ਦੇ ਵਿੱਚ ਘੁੰਮਦਾ ਸੰਸਾਰ ਤੋਂ ਚੱਲ ਜਾਂਦਾ, ਇਹਨੂੰ ਪਤਾ ਨਹੀਂ ਲੱਗਦਾ। ਪਰ ਜਿੱਦਣ ਆਪਾਂ ਥੋੜਾ ਜਿਹਾ ਵਿਵੇਕ ਇਸਤੇਮਾਲ ਕਰਦੇ ਹਾਂ ਤੇ ਆਪਣੀਆਂ ਹਰਕਤਾਂ ਵੇਖਣੀਆਂ ਸ਼ੁਰੂ ਕਰਦੇ ਹਾਂ, ਤੁਹਾਡੀਆਂ ਕੁਝ ਹਰਕਤਾਂ ਜਿਹੜੀਆਂ ਤੁਹਾਡੀਆਂ ਫਿਕਸ ਹੈਗੀਆਂ ਨੇ, ਸੋਚ ਨੱਪਿਆ ਤੁਸੀਂ ਪੱਖੇ ਨੂੰ ਘੁੰਮਣਾ ਸ਼ੁਰੂ ਕਰ ਦਿੰਦੇ ਜੀ। ਆਪਾਂ ਨਹੀਂ ਵੇਂਦੇ ਆਪਾਂ ਏਦਾਂ ਕਿਉਂ ਕਰਦੇ ਹਾਂ, ਪਰ ਆਪਾਂ ਘੁੰਮਣਾ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਹਜੇ ਸਾਡੇ ਚਿੱਤ ਦੇ ਵਿੱਚ ਲੀਕਾਂ ਬਣੀਆਂ ਨੇ। ਬਾਰ-ਬਾਰ ਮੋਟਰ ਐਕਸ਼ਨ, ਅਸੀਂ ਉਸੇ ਐਕਸ਼ਨ ਨੂੰ ਕਰਦੇ ਹਾਂ। ਪਰ ਜਿਹਦੇ ਨਾਲ ਆਪਾਂ ਵੇਖਣਾ ਸ਼ੁਰੂ ਕਰ ਦਿੰਦੇ ਹਾਂ ਨਾ, ਫਿਰ ਉਸ ਮੋਟਰ ਐਕਸ਼ਨ 'ਚ ਨਿਜਰ ਸਾਹਿਬ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ। ਬਿਲਕੁਲ ਬੁੱਧੀ ਦਾ ਇਸਤੇਮਾਲ ਸ਼ੁਰੂ ਕਰ ਦਿੰਦੇ ਆ ਜੀ, ਪਹਿਲਾਂ ਕਰਦੇ ਨਹੀਂ ਸੀ। ਹਾਂ, ਵਿਵੇਕ ਬੁੱਧੀ। ਹੁਣ ਅਸੀਂ ਵਿਚਾਰ ਕਰਦੇ ਹਾਂ ਕਿ ਜੇ ਮੰਨ ਲਾ 90% ਮੈਂ ਸਹੀ ਹਾਂ। ਹਾਂਜੀ, ਇਹ ਗਗਨ ਦਾ ਮਾਈਕ ਚਾਲੂ ਹੋ ਗਿਆ, ਬੰਦ ਕਰ। ਹੁਣ ਮੰਨ ਲਓ 90% ਮੈਂ ਸਹੀ ਹਾਂ, ਮੈਂ ਮੰਨਦਾ ਬਿਲਕੁਲ ਹੀ, ਪਰ 10% ਅਗਲਾ ਬੰਦਾ ਵੀ ਸਹੀ ਹੁੰਦਾ। ਪਰ ਆਪਾਂ 10% ਵੀ ਨਹੀਂ ਅਗਲੇ ਨੂੰ ਸਹੀ ਮੰਨਦੇ, ਆਪਾਂ ਕਹਿੰਦੇ ਕਿ ਸਾਰਾ ਹੀ ਗਲਤ ਹੈ। ਉੱਥੇ ਫਿਰ ਵਿਚਾਰਾਂ 'ਚ ਸਾਡੇ ਤਕਰਾਰ ਹੁੰਦੀ ਆ, ਸਾਡੀ ਅੰਡਰਸਟੈਂਡਿੰਗ ਘਟਦੀ ਆ। ਅਸੀਂ ਦੂਜੇ ਬੰਦਿਆਂ ਨੂੰ ਉਸ ਤਰੀਕੇ ਨਾਲ ਨਹੀਂ ਸਮਝ ਪਾਉਂਦੇ ਜਿਸ ਤਰੀਕੇ ਨਾਲ ਸਾਨੂੰ ਸਮਝਣਾ ਚਾਹੀਦਾ। ਹੁਣ ਦੇਖੋ, ਜਦੋਂ ਆਪਾਂ 100% ਅਗਲੇ ਨੂੰ ਰਿਜੈਕਟ ਕਰ ਦਾਂਗੇ, ਚਾਹੇ ਪਤਨੀ ਨੂੰ ਕਰ ਦੋ, ਪਤੀ ਨੂੰ ਕਰ ਦੋ, ਬੱਚਿਆਂ ਨੂੰ ਕਰ ਦੋ, ਮਾਂ ਬਾਪ ਨੂੰ ਕਰ ਦੋ। ਮੰਮੀ ਮੈਂ ਸਿਰੇ ਜਾਣਾ ਹੈ। ਓਹੋ ਗਗਨ ਜੀ, ਤੁਹਾਡਾ ਮਾਈਕ ਬੰਦ ਕਰ ਦੋ ਗਗਨ ਜੀ, ਨਾਲੇ ਕੈਮਰਾ ਵੀ ਬੰਦ ਕਰ ਦੋ ਜੀ। ਹੁਣ ਇਹਦੇ ਵਿੱਚ ਆਪਾਂ ਇਹ ਚੀਜ਼ ਨੂੰ ਵੇਖਣਾ ਹੈ, ਭਗਤੀ ਦਾ ਕੰਮ ਹੀ ਸ਼ੁਰੂ ਹੁੰਦਾ ਹੈ ਤੁਹਾਡੇ ਤੋਂ, ਤੇ ਤੁਹਾਡੇ ਤੇ ਹੀ ਖਤਮ ਹੋ ਜਾਣਾ। ਦੂਜੇ ਬੰਦੇ ਦਾ ਕੋਈ ਕੰਮ ਨਹੀਂ ਹੈਗਾ। ਇਹ ਸੰਸਾਰ 'ਚ ਕਿਸੇ ਨੇ ਨਹੀਂ ਬਦਲਣਾ। ਇਹ ਬੰਦੇ ਨੇ ਇੱਕ ਨੇ ਬਦਲਣਾ ਹੈ, ਉਹ ਤੁਸੀਂ, ਉਹ ਮੈਂ। ਕਿਸੇ ਨੇ ਜੋ ਬਦਲਣਾ, ਤਾਂ ਜਿੱਦਣ ਆਪਾਂ ਬਦਲ ਗਏ ਨਾ, ਦੁਨੀਆ ਆਪਣੇ ਆਪ ਹੀ ਬਦਲਣੀ ਸ਼ੁਰੂ ਹੋ ਜਾਣੀ।
ਇਹ ਕੈਮਰਾ ਵੀ ਬੰਦ ਕਰ ਦਿਓ ਜੀ ਗਗਨ ਜੀ, ਕੈਮਰਾ ਵੀ ਬੰਦ ਕਰ ਦਿਓ ਤੁਹਾਡਾ। ਤੋ ਸਾਡੀ ਸੋਚ ਇਦਾਂ ਦੀ ਹੈਗੀ ਆ, ਅਸੀਂ ਉਸੇ ਤਰ੍ਹਾਂ ਹੀ ਸੰਸਾਰ ਨੂੰ ਦੇਖਦੇ ਹਾਂ ਔਰ ਦੇਖਦੇ ਹੀ ਜਾਂਦੇ ਹਾਂ ਔਰ ਉਹਦਾ ਦੇਖਣ ਦਾ ਨਜ਼ਰੀਆ ਹੈ ਉਹ ਸਾਡੇ ਅੰਦਰ ਫਿਰ ਗਲਤ ਕਨਫਿਊਜ਼ਨ ਕ੍ਰੀਏਟ ਕਰ ਦਿੰਦਾ ਔਰ ਫਿਰ ਸਾਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਗੜਬੜ ਹੈ। ਪਰ ਇਸ ਚੀਜ਼ ਨੂੰ ਆਪਾਂ ਸਮਝਣਾ ਹੈ। ਭਗਤੀ ਦਾ ਮਤਲਬ ਹੀ, ਧਿਆਨ ਸਿਮਰਨ ਦਾ ਮਤਲਬ ਇਹੋ ਹੀ ਹੈ ਕਿ ਮੈਂ ਜਦੋਂ 5-10 ਮਿੰਟ 20 ਮਿੰਟ ਆਪਣੇ ਅੰਦਰ ਧਿਆਨ ਹੋ ਕੇ ਦੇਖਦਾ ਕਿ ਮੇਰੇ ਅੰਦਰ ਕਿੱਦਾਂ ਦਾ ਸਿਸਟਮ ਚੱਲ ਰਿਹਾ ਹੈ, ਕਿਹੜੇ ਵਿਚਾਰ ਆ ਰਹੇ। ਮੈਂ ਲੋਕਾਂ ਨੂੰ ਤਾਂ ਬੜਾ ਵਧੀਆ ਦੱਸ ਰਿਹਾ ਕਿ ਮੈਂ ਬੜਾ ਚੰਗਾ ਸੰਤ ਹਾਂ, ਮੈਂ ਬਾਬਾ ਵਾਂ, ਪਰ ਸੱਚੀ ਮੇਰੇ ਅੰਦਰ ਉਹ ਕੁਆਲਿਟੀ ਹੈਗੀ ਹੈ। ਔਰ ਉਹਦੀ ਕੁਆਲਿਟੀ ਦਾ ਮਤਲਬ ਕੀ ਹੈ? ਤੁਹਾਡੇ ਵਿਚਾਰ। ਜਿੱਦਾਂ ਦੇ ਤੁਹਾਡੇ ਵਿਚਾਰ ਨੇ ਅਸਲ 'ਚ ਅਸੀਂ ਉਸੇ ਹੀ ਤਰ੍ਹਾਂ ਦੇ ਹਾਂ। ਉਹਦੇ 'ਚ ਨਾ ਮਾਈਨਸ ਤੇ ਨਾ ਪਲੱਸ। 100% ਤੁਸੀਂ 5 ਮਿੰਟ ਆਪਣੀਆਂ ਅੰਤਰ ਧਿਆਨ ਹੋ ਕੇ ਦੇਖੋਗੇ, ਤੁਹਾਨੂੰ ਗਿਆਨ ਹੋ ਜਾਏਗਾ ਕਿ ਤੁਸੀਂ ਕਿੱਦਾਂ ਦੇ ਇਨਸਾਨ। ਉਹਦੇ ਵਿੱਚ ਦੋ ਰਿਆ ਨਹੀਂ ਹੈਗੀ। ਹੁਣ ਜਿਹੜੀ ਚੀਜ਼ ਅੰਦਰ ਚੱਲਦੀ ਪਈ ਆ, ਇਹਦਾ ਮਤਲਬ ਆਪਣੇ ਆਪ ਚੱਲ ਰਹੀ ਹੋ, ਐਵੇਂ ਨਹੀਂ ਚੱਲੀ। ਉਹ ਆਪਾਂ ਉਹਨੂੰ ਬਾਰ-ਬਾਰ, ਜਿੱਦਾਂ ਇੱਕ ਤੁਸੀਂ ਦੇਖਿਆ ਨਹੀਂ, ਘੁਮਿਆਰ ਦੇ ਚੱਕੇ ਵਾਂਗੂ ਬਾਰ-ਬਾਰ ਘਮਾਉਂਦੇ ਆ ਆਪਾਂ ਨੂੰ ਚਿੰਤਨ ਕਰ ਕਰਕੇ। ਜੇ ਸਾਡੇ 'ਚ ਕੋਈ ਵੀ ਰੋਗ ਔਗਣੇ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ ਤੇ ਦਵੈਸ਼, ਠੀਕ ਹੈ, ਕਿਸੇ ਦੇ ਨਾਲ ਰਾਗ ਕਰਨਾ, ਕਿਸੇ ਨਾਲ ਦਵੈਸ਼ ਕਰਨਾ, ਈਰਖਾ ਕਰਨੀ ਆ, ਉਹਦੇ ਪਿੱਛੇ ਸਾਡਾ ਆਪਣਾ ਬਹੁਤ ਵੱਡਾ ਮਤਲਬ ਹੱਥ ਹੁੰਦਾ। ਜਿੱਦਾਂ ਘੁਮਿਆਰ ਦਾ ਚੱਕਾ ਆਪਣੇ ਆਪ ਤੇ ਘੁੰਮ ਨਹੀਂ ਸਕਦਾ, ਅਸੀਂ ਫ੍ਰੀ ਟਾਈਮ ਤੇ ਹੋ ਕੇ ਚਿੰਤਨ ਕਰਦੇ ਹਾਂ ਉਸ ਚੀਜ਼ ਤੇ। ਇਨਵੈਸਟਮੈਂਟ ਕਹਿੰਦੇ ਆ ਆਪਾਂ। ਜਦੋਂ ਆਪਾਂ ਇਨਵੈਸਟਮੈਂਟ ਕਰਦੇ ਹਾਂ ਤਾਂ ਪੈਸੇ ਵੱਧਦੇ ਆ ਨਾ, ਉੱਥੇ ਪੈਸੇ ਵਧੀਆ। ਤੁਸੀਂ ਬੈਂਕ 'ਚ ਹਨਾ ਕਾਰੋਬਾਰ 'ਚ ਇਨਵੈਸਟ ਕਰੋਗੇ, ਨਿੱਜਾ ਸਾਹਿਬ, ਕੰਮ ਵੱਧਦਾ ਨਾ। ਬਿਲਕੁਲ ਵੱਧਦਾ। ਇਸੇ ਤਰੀਕੇ ਨਾਲ ਆਪਣਾ ਫਿਰ ਜਨਮਾਂ ਦਾ ਸਿਲਸਿਲਾ ਚਾਲੂ ਹੋ ਜਾਂਦਾ ਹੈ। ਭਾਈ ਆਹੀ ਪੁਹਾਰੀ ਦਿੱਤੀ ਹੋਈ ਹੈ ਪੁਰਖ ਵਿਦਾਤੇ ਨੇ। ਉਹ ਜਿਹੜੀ ਹੈ ਮਾਲਕ ਨੇ ਜਿਹੜਾ ਹੈਗਾ ਦੀਪ ਪਵਾਰੀ ਪੁਰਖ ਵਿਦਾਤੇ, ਬਹੁਤ ਜਨਮਾਂ ਦੇ ਬਹੁਤ, ਬਸ ਜਨਮਾਂ ਦਾ ਵੱਧ ਜਾਂਦਾ ਆਪਾਂ ਦਾ ਲੇਖਾ। ਹਾਂਜੀ ਵੀਰ ਜੀ। ਹਾਂ, ਤੇ ਉਹ ਚੀਜ਼ ਨੂੰ ਆਪਾਂ ਸਟਾਪ ਕਰ ਸਕਦੇ ਹਾਂ। ਉਹਨੂੰ ਸਟਾਪ ਕਰਨ ਦਾ ਇੱਕ ਸਿੰਪਲ ਤਰੀਕਾ ਹੈ ਕਿ ਉਹਦੇ ਤੇ ਹੋਰ ਆਪਾਂ ਜ਼ੋਰ ਨਾ ਲਾਈਏ, ਸ਼ਾਂਤ ਹੋ ਜੀ। ਤੇ ਜਦੋਂ ਤੁਸੀਂ ਸ਼ਾਂਤ ਹੋਣਾ ਸ਼ੁਰੂ ਕਰਤਾ ਨਾ, ਸ਼ਾਂਤ ਹੋਣ ਦਾ ਮਤਲਬ ਇਹ ਆ ਉਹ ਜਿਹੜਾ ਉਹਦਾ ਚਿੰਤਨ ਕਰਦੇ ਆ, ਖਾਸ ਕਰਕੇ ਆਪਾਂ ਬਹਿ ਕੇ ਤੁਸੀਂ ਵੇਖੋਗੇ ਤੁਹਾਡੇ ਅੰਦਰ ਜਿਹੜਾ ਚਿੰਤਨ ਚੱਲਦਾ ਨਾ, ਤੁਸੀਂ ਉਹਨੂੰ ਐਂਪਲੀਫਾਈ ਕਰਦੇ ਜੋ। ਐਂਪਲੀਫਾਈ ਕਰਨ ਦਾ ਮਤਲਬ ਹੁੰਦਾ ਹੈ ਕਿ 1 ਰੁਪਈਏ ਦਾ 100 ਰੁਪਈਆ ਬਣਾਉਣਾ, 100 ਰੁਪਈਏ ਦਾ 1000 ਬਣਾ ਦੇਣਾ। ਏਦਾਂ ਆਪਾਂ ਨੂੰ ਵਧਾਉਂਦੇ ਆ ਆਪਣੇ ਅੰਦਰ। ਆਪ ਜਿਹੜੀ ਚਿੰਤਨ ਨੂੰ ਕਰੀ ਜਾਂਦੇ ਆ। ਜਿੰਨਾ ਤੁਸੀਂ ਈਰਖਾ ਵੀ ਕਰਦੇ ਜੋ, ਨਫ਼ਰਤ ਕਰਦੇ ਜੋ, ਵੇਖੋ ਉਹ ਚਿੰਤਨ ਤੁਹਾਡੇ ਅੰਦਰ ਵੱਧਦਾ, ਬਾਰ-ਬਾਰ ਵੱਧਦਾ। ਇੱਕ ਸਮਾਂ ਆਊਗਾ ਤੁਸੀਂ, ਤੁਹਾਡੇ ਮੂੰਹ ਚੋਂ ਲਫ਼ਜ਼ ਨਿਕਲਣੇ ਉਹਦੇ ਲਈ ਮਾੜੇ। ਪਹਿਲਾਂ ਤਾਂ ਤੁਸੀਂ ਉਹਨੂੰ ਓਦਾਂ ਹੀ ਅੰਦਰ ਲਗਾ ਕੇ ਬੈਠੇ ਨਾ, ਤੁਹਾਡੇ ਅੰਦਰ ਆ। ਹੁਣ ਕਿਸੇ ਵੇਲੇ ਤੁਹਾਡਾ ਕੰਟਰੋਲ ਨਹੀਂ ਰਹਿਣਾ, ਉਹ ਤੁਸੀਂ ਵੇਖੋ ਕਿੰਨਾ ਵੱਡਾ ਲੜਾਈ ਝਗੜਾ ਹੋਊਗਾ, ਕਿਉਂਕਿ ਅੰਦਰ ਤੁਸੀਂ ਉਹਨੂੰ ਚਿੰਤਨ ਕੀਤਾ। ਪਰ ਬਾਣੀ ਇੱਕ ਕਹਿੰਦੀ ਹੈ ਕਿ ਤੁਹਾਨੂੰ ਮਾਫ਼ ਕਰ। ਮਾਫ਼ ਕਰਨ ਦਾ ਮਤਲਬ ਇਹੋ ਹੀ ਆ ਕਿ ਉਹ ਜਿਹੜਾ ਤੇਰਾ ਚਿੰਤਨ ਉਹਨਾਂ 'ਚ ਰੁਕਣਾ ਨਹੀਂ। ਮਾਫ਼ ਕਰਨਾ ਬਹੁਤ ਵੱਡਾ ਗੁਣ ਹੈ। ਇਸ ਕਰਕੇ ਖਾਸ ਕਰਕੇ ਜਿਹੜੇ ਬੰਦਿਆਂ ਨੂੰ ਤੁਸੀਂ ਨਹੀਂ ਪਸੰਦ ਕਰਦੇ, ਉਹਨਾਂ ਨੂੰ ਮਾਫ਼ ਕਰ ਦਿਓ। ਮਾਫ਼ ਕਰਨ ਦੇ ਨਾਲ ਇਹ ਨਹੀਂ ਕਿ ਉਹਨਾਂ ਨੂੰ ਮਾਫ਼ ਕਰਤਾ ਤੇ ਉਹ ਮੁਕਤ ਹੋਇਆ, ਅਸਲ 'ਚ ਅਸੀਂ ਮੁਕਤ ਹੋ ਜਾਂਦੇ ਹਾਂ। ਜਿੰਨਾ ਚਿਰ ਤੁਸੀਂ ਕਿਸੇ ਨੂੰ ਮਾਫ਼ ਨਹੀਂ ਨਾ ਕਰਦੇ, ਉਹਨਾਂ ਚਿਰ ਤੁਹਾਡੇ ਚਿੱਤ ਨੇ ਛੱਡਣਾ ਹੀ ਨਹੀਂ ਉਹਨੂੰ। ਬਿਲਕੁਲ ਨਿਜਰ ਸਾਹਿਬ, ਬਿਲਕੁਲ ਇਨਵੈਸਟਮੈਂਟ ਜਾਰੀ ਰਹਿਣੀ ਆ। ਆਪਾਂ ਵੇਖੋ ਤੁਹਾਡੇ ਇਨਵੈਸਟਮੈਂਟ ਚੱਲਦੀ ਰਹਿਣੀ। ਹਾਂ, ਇਹੀ ਇਨਵੈਸਟਮੈਂਟ ਆ। ਫਿਰ ਉੱਥੇ ਬੜੀ ਪ੍ਰੋਬਲਮ ਹੋਣੀ। ਹਾਂਜੀ ਨਿਜਰ ਸਾਹਿਬ, ਹੋਰ ਕੀ ਕਰਨਾ? ਬਸ ਜੀ ਅਗਲਾ ਸ਼ਬਦ ਲੈ ਲੈਣੇ। ਇੱਕ ਹਾਲੇ ਸਮਾਂ ਹੈਗਾ ਆਪਣੇ ਕੋਲ, ਇੱਕ ਸ਼ਬਦ ਹੋਰ। ਕਿੱਡਾ ਕੁ ਹੈ? ਛੋਟਾ ਜਿਹਾ। ਹਾਂਜੀ ਬਿਲਕੁਲ ਲੈ ਲੈਣੇ। ਅੱਗੇ ਜਿਹੜੇ ਹੈਗੇ ਮਹਾਰਾਜ ਦੱਸ ਰਹੇ ਭਾਈ ਕਿ ਦੇਖ ਪਰਮਾਤਮਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੇ ਵੱਲ ਨੂੰ ਜੇ ਤੂੰ ਤੁਰਨਾ ਚਾਹੁੰਦਾ ਹੈ ਤੇ ਉਹਦੇ ਵਾਸਤੇ ਤੈਨੂੰ ਗਿਆਨ ਲੈਣਾ ਪਊਗਾ, ਤੈਨੂੰ ਬ੍ਰਹਮ ਗਿਆਨ ਲੈਣਾ ਪਊਗਾ। ਤੈਨੂੰ ਜਿਹੜਾ ਹੈਗਾ ਦੁਨੀਆ ਦਾ ਗਿਆਨ ਤਾਂ ਬਾਹਰ ਮਿਲ ਹੀ ਜਾਂਦਾ ਹੈ, ਔਰ ਬ੍ਰਹਮ ਗਿਆਨ ਵੀ ਹੈਗਾ ਦੁਨੀਆ ਦੇ ਵਿੱਚ ਭਾਈ। ਮਾਲਕ ਪਰਮਾਤਮਾ ਨੇ ਇਹ ਵੀ ਗਿਆਨ ਦਿੱਤਾ ਹੈ। ਜਦ ਤੱਕ ਤੇਰੇ ਅੰਦਰ ਜਿਹੜਾ ਹੈਗਾ ਕੋਈ ਗਾਈਡ ਬ੍ਰਹਮ ਗਿਆਨ ਤੈਨੂੰ ਨਹੀਂ ਮਿਲਦਾ, ਗੱਲ ਬਣਨੀ ਨਹੀਂ ਹੈ ਭਾਈ।
ਤਦ ਤੱਕ ਪਰਮਾਤਮਾ ਵੱਲ ਦੀ ਯਾਤਰਾ ਨਹੀਂ ਹੋਣੀ। ਘਰ ਦੂਜਾ, ਜਾਓ ਗੁਰਦੇਵ ਤਾਂ ਮਿਲੇ ਮੁਰਾਰ। ਉਹ ਮੁਰਾਰੀ, ਉਹ ਮਾਲਕ ਪਰਮਾਤਮਾ ਅੰਦਰ ਮਾਲਕ ਦੇ ਨਾਲ ਇੱਕਮਿਕ ਆਤਮਾ ਦੇ ਦਰਸ਼ਨ ਕਰਨੇ ਆ ਤੇ ਭਾਈ ਗੁਰਦੇਵ ਨੂੰ ਲਿਆਉਣਾ ਪੈਣਾ ਵਿੱਚ, ਵਿਚੋਲਾ ਆਊਗਾ ਵਿੱਚ। ਜਾਓ ਗੁਰਦੇਵ, ਜੇ ਬ੍ਰਹਮ ਗਿਆਨ ਹੋਊਗਾ ਤਾਂ ਉਹ ਮੁਰਾਰੀ ਮਿਲੂਗਾ ਭਾਈ। ਉਹਨੇ ਗਿਆਨ ਦੇਣਾ ਹੈ, ਉਹਨੇ ਦੱਸਣਾ ਹੈ ਕੀ ਛੱਡਣਾ ਹੈ, ਕੀ ਲੈਣਾ ਹੈ, ਕਿਵੇਂ ਭਗਤੀ ਕਰਨੀ ਹੈ, ਕਿਹਦੀ ਭਗਤੀ ਕਰਨੀ ਹੈ। ਇੱਥੇ ਤਾਂ ਜਿਹੜਾ ਹੈਗਾ ਉਹ ਰੂਪ ਰੰਗ ਰੇਖ ਕੁਛ ਵੀ ਨਹੀਂ ਹੈ ਜਿਹਦੀ ਭਗਤੀ ਕਰਨੀ ਹੈ। ਇੱਥੇ ਤਾਂ ਆਪਾਂ ਜਿਹੜੇ ਹੈਗੇ ਕਰਮ ਕਾਂਡ ਜਿਹੜੇ ਹੈਗੇ ਆਖਾਰ ਦੇ ਵਿੱਚ ਜੁੜੇ ਹੋਏ ਆ। ਇੱਥੇ ਕਾਮ ਕ੍ਰੋਧ ਲੋਭ ਮੋਹੰਕਾਰ ਈਰਖਾ ਦ્વੈਤ ਇਹ ਸਾਰੀ ਤ੍ਰਿਸ਼ਨਾ ਇਹਦੇ ਵਿੱਚ ਫਸੇ ਹੋਏ ਆ। ਕੌਣ ਦੱਸੂਗਾ? ਜਾਓ ਗੁਰਦੇਵ, ਆਪਾਂ ਕੀ ਕਰ ਰਹੇ ਹਾਂ? ਆਪਾਂ ਜਿਹੜੇ ਹੈਗੇ ਗਿਆਨ ਲੈ ਰਹੇ ਹਾਂ, ਆਪਾਂ ਗੁਰੂ ਨੂੰ ਕੰਸਲਟ ਕਰ ਰਹੇ ਹਾਂ, ਆਪਾਂ ਬ੍ਰਹਮ ਗਿਆਨ ਲੈ ਰਹੇ ਹਾਂ। ਆ ਕੀ ਦੱਸ ਰਹੇ ਬ੍ਰਹਮ ਗਿਆਨ? ਆ ਚੀਜ਼ ਨਹੀਂ ਹੋਏਗੀ ਤੇ ਗਾਹਾਂ ਚੱਲ ਹੀ ਨਹੀਂ ਸਕਦੇ ਆਪਾਂ। ਜਾਓ ਗੁਰਦੇਵ ਤਾਂ ਮਿਲੇ ਮੁਰਾਰ। ਔਰ ਦੇਖੋ ਆਪਾਂ ਨੂੰ ਜਿਹੜਾ ਹੈਗਾ ਬ੍ਰਹਮ ਗਿਆਨ ਕਿੰਨੀ ਛੋਟੀ ਦੇ ਰਿਹਾ ਭਾਈ। ਮਾਲਕ ਪਰਮਾਤਮਾ ਆਪਣੇ ਰੂਲ ਜਿਹੜੇ ਹੈਗੇ, ਆਪਣੇ ਤੱਤਾਂ ਦੇ ਜਿਹੜੇ ਹੈਗੇ, ਉਹਨਾਂ ਦਾ ਨੇਚਰ ਜਿਹੜਾ ਹੈਗਾ, ਆਪਣੀ ਕੁਦਰਤ ਜਿਹੜੀ ਹੈਗੀ, ਆਪਣੀ ਪ੍ਰਕਿਰਤੀ ਜਿਹੜੀ ਹੈਗੀ ਆ, ਉਹ ਵੀ ਬਦਲ ਦਿੰਦਾ ਹੈ। ਜਦ ਭਗਤੀ ਜਿਹੜਾ ਕਰਨ ਵਾਲਾ ਜਿਹੜਾ ਹੈਗਾ ਉਹਦੇ ਸਾਹਮਣੇ ਜਿਹੜੀ ਸਮੱਸਿਆ ਆਉਂਦੀ ਹੈ। ਇੰਨਾ ਵਿਸ਼ਵਾਸ ਦੇਖੋ, ਇਹ ਗੁਰੂ ਸਾਨੂੰ ਵਿਸ਼ਵਾਸ ਦਿਵਾ ਰਹੇ, ਤਾਂ ਮੁਰਾਰੀ ਮਿਲਦਾ ਹੈ, ਤਾਂ ਮਾਲਕ ਵੱਲ ਨੂੰ ਯਾਤਰਾ ਹੁੰਦੀ ਹੈ। ਜਾਓ ਗੁਰਦੇਵ ਤਾਂ ਮਿਲੇ ਮੁਰਾਰ, ਜਾਓ ਗੁਰਦੇਵ ਤਾਂ ਉਤਰੇ ਪਾਰ। ਜੇ ਗਾਈਡ ਆ ਗਿਆ, ਸਹੀ ਤਰੀਕਾ ਪਤਾ ਲੱਗ ਗਿਆ, ਇਨਸਾਨ ਨੇ ਜਿਹੜਾ ਹੈਗਾ ਛਾਲਾਂ ਮਾਰਦੇ ਹੋਏ ਜਿਹੜਾ ਹੈਗਾ ਪਾਰ ਉਤਰ ਜਾਣਾ ਸੰਸਾਰ ਸਮੁੰਦਰ ਦੇ। ਜਾਓ ਗੁਰਦੇਵ ਤਾਂ ਬੈਕੁੰਠ ਤਰੈ, ਸਿੱਧਾ ਬੈਕੁੰਠ ਨੂੰ ਮਾਲਕ ਵੱਲ ਨੂੰ ਤਰ ਜਾਂਦਾ ਹੈ ਭਾਈ। ਮਹਿਲ ਦੇ ਵਿੱਚ ਪਹੁੰਚ ਜਾਂਦਾ ਹੈ, ਆਪਣੇ ਅੰਦਰ ਆਪਣੀ ਆਤਮਾ ਦੀ ਨੇੜਤਾ ਪ੍ਰਾਪਤ ਕਰ ਲੈਂਦਾ ਹੈ। ਜਾਓ ਗੁਰਦੇਵ ਤਾਂ ਜੀਵਤ ਮਰੈ। ਇਸ ਤਰੀਕੇ ਦੇ ਨਾਲ ਇਹ ਕਾਮ ਕ੍ਰੋਧ ਲੋਭ ਮੋਹੰਕਾਰ ਜਿਹੜੇ ਹੈਗੇ ਨਹੀਂ ਛੁੱਟਦੇ। ਇਸ ਤਰੀਕੇ ਦੇ ਨਾਲ ਸੁਖੈਨੀ ਜਿਹੜਾ ਹੈਗਾ ਮਨ ਜਿਹੜਾ ਹੈਗਾ ਪਰਤ ਜਾਂਦਾ ਹੈ। ਮਨ ਨੂੰ ਜਿਹੜਾ ਵੱਡੀ ਚੀਜ਼ ਮਿਲ ਗਈ, ਮਨ ਨੂੰ ਧਿਆਨ ਸਿਮਰਨ ਜਿਹੜਾ ਕੀਤਾ, ਮਨ ਨੂੰ ਪਤਾ ਲੱਗਿਆ ਭਾਈ ਇਹ ਸੁਣ ਦੇ ਵਿੱਚ ਬੈਠਣਾ, ਇਹਦੇ ਨਾਲ ਤਾਂ ਮੇਰੇ ਅੰਦਰ ਤਾਂ ਚੈਨ ਆ ਜਾਂਦਾ ਹੈ, ਮੈਨੂੰ ਤਾਂ ਸ਼ਾਂਤੀ ਮਿਲ ਜਾਂਦੀ ਹੈ। ਮੈਂ ਤਾਂ ਬਿਲਕੁਲ ਜਿਹੜਾ ਹੈਗਾ ਇਹ ਵਿਚਾਰ ਜਿਹੜੇ ਹੈਗੇ ਜਾਲਾ ਜਿਹੜਾ ਸੀਗਾ ਮੇਰੇ ਅੰਦਰ, ਮੈਂ ਤਾਂ ਮੁਕਤ ਹੋ ਗਿਆ ਇਹਦੇ ਤੋਂ। ਜਾਓ ਗੁਰਦੇਵ ਤਾਂ ਜੀਵਤ ਮਰੈ। ਸਤ 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 ਗੁਰਦੇਵ ਕਹਿੰਦੇ ਭਾਈ। ਇਹ ਗੁਰਦੇਵ, ਇਹ ਬ੍ਰਹਮ ਗਿਆਨੀ, ਇਹ ਬ੍ਰਹਮ ਗਿਆਨ ਸਤ ਹੈਗਾ ਭਾਈ। ਦੇਖੋ ਕਿੰਨੀ ਵਾਰੀ ਲਿਖਿਆ, 4 ਵਾਰੀ। ਸਤ 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 ਗੁਰਦੇਵ ਕਹਿੰਦੇ ਭਾਈ। ਦੇਵ ਲਿਖਿਆ ਹੋਇਆ ਹੈ। ਇਹ ਬ੍ਰਹਮ ਗਿਆਨ ਜਿਹੜਾ ਹੈਗਾ, ਕੋਈ ਸਰੀਰ ਨਹੀਂ, ਕੋਈ ਬ੍ਰਹਮ ਗਿਆਨੀ ਨਹੀਂ, ਕੋਈ ਆਕਾਰ ਨਹੀਂ, ਗਿਆਨ ਸਤ 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 ਗੁਰਦੇਵ। ਝੂਠ 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 ਆਨ ਸਭ ਸੇਵ ਰਹਾਓ। ਦੇਖੋ ਨਾਮਦੇਵ ਜੀ ਨੂੰ ਕਿੰਨੀ ਵਾਰੀ ਲਿਖਣਾ ਪਿਆ। ਕਹਿੰਦੇ ਬਾਕੀ ਸਾਰੀ ਸੇਵਾ ਵਿਅਰਥ ਆ ਤੇਰੀ ਪਿਆਰਿਆ। ਝੂਠ ਆ, ਝੂਠ ਦੇ ਨਾਲ ਆਕਾਰ ਦੇ ਨਾਲ ਲੱਗਿਆ ਹੈ, ਕਿਸੇ ਮਹਾਂਪੁਰਖ ਦੇ ਨਾਲ ਲੱਗਿਆ ਹੋਇਆ ਨਾ। ਤੈਨੂੰ ਗਿਆਨ ਲੈਣਾ, ਨਿਰੋਲ ਗਿਆਨ ਲੈਣਾ, ਬ੍ਰਹਮ ਗਿਆਨ ਲੈਣਾ ਪਊਗਾ ਤੈਨੂੰ। ਉਹ ਸੱਤ ਹੈਗਾ। ਬਾਕੀ ਜੇ ਆਕਾਰ ਦੇ ਨਾਲ ਕਿਸੇ ਹੋਰ ਵਿਅਕਤੀ ਦੀ ਪੂਜਾ ਕਰ ਰਹੇ ਹੈ, ਕਿਸੇ ਜੜ ਦੀ ਪੂਜਾ ਕਰ ਰਹੇ ਹੈ, ਸਭ ਝੂਠ ਹੈ। ਰਹਾਓ। ਜਾਓ ਗੁਰਦੇਵ ਤਾਂ ਨਾਮ ਦੜਾਵਾ ਹੈ। ਜਦ ਬ੍ਰਹਮ ਗਿਆਨ ਆ ਗਿਆ ਤੇਰੇ ਕੋਲ, ਤੇ ਬ੍ਰਹਮ ਗਿਆਨੀਆਂ ਨੇ ਕੀ ਕਰਨਾ ਹੈ? ਨਾਮ ਦੜਾ ਦੇਣਾ ਹੈ। ਨਾਮ ਜਿਹੜਾ ਧਿਆਨ ਆਪਣੀ ਆਤਮਾ ਦੇ ਵੱਲ ਯਾਤਰਾ ਕਰ ਤੇਰੀ ਸ਼ੁਰੂ ਕਰਾ ਦੇਣੀ ਹੈ। ਜਾਓ ਗੁਰਦੇਵ ਤਾਂ ਨਾਮ ਦੜਾਵੈ। ਜਾਓ ਗੁਰਦੇਵ ਤਾਂ ਨਾ ਦੈ ਦੇ ਸਤਾਵੈ। ਜਦ ਬ੍ਰਹਮ ਗਿਆਨ ਆ ਗਿਆ, ਫਿਰ ਬਾਹਰ ਭੱਜਣਾ ਜਿਹੜਾ ਹੈਗਾ ਤੀਰਥਾਂ ਤੇ, ਹੋਰ ਜਿਹੜੇ ਹੈਗੇ ਹੋਰ ਵੱਡੇ ਵੱਡੇ ਮਹਿਲ ਪਹਾੜਾਂ ਤੇ, ਹੋਰ ਜਿਹੜੇ ਹੈਗੇ ਜਿਹੜੇ ਜੋ ਵੀ ਬਣੇ ਹੋਏ ਜਿਹੜੇ ਹੈਗੇ ਬਾਹਰ, ਜਿੱਥੇ ਬਈ ਪਰਮਾਤਮਾ ਉੱਥੇ ਹੀ ਵਸਦਾ ਹੈ ਕੇਵਲ, ਉੱਥੇ ਭੱਜਣਾ ਜਿਹੜਾ ਹੈਗਾ ਜਿਹੜਾ ਬੰਦ ਹੋ ਜਾਂਦਾ ਭਾਈ। ਦੌੜਨਾ
ਜੋ ਗੁਰਦੇਵ ਨਾ ਦਇਆ ਦੀ ਸਤਾਵੈ। ਔਰ ਮੇਨ ਚੀਜ਼ ਆਪਣਾ ਮਨ ਜਿਹੜਾ ਹੈਗਾ 10 ਦਿਸ਼ਾਵਾਂ ਦੇ ਵੱਲ ਜਿਹੜਾ ਹੈ ਹਮੇਸ਼ਾ ਹੀ 24 ਘੰਟੇ 24/7 ਭੱਜਦਾ ਰਹਿੰਦਾ ਹੈ। ਸੁਪਨੇ ਦੇ ਵਿੱਚ ਵੀ ਜਿਹੜਾ ਹੈਗਾ, ਨੀਂਦ ਦੇ ਵਿੱਚ ਵੀ ਸੁਪਨਿਆਂ ਦੇ ਰਾਹੀਂ ਭੱਜਦਾ ਹੈ ਭਾਈ। ਜੋ ਗੁਰਦੇਵ ਤਾਂ ਨਾਮ ਦਿੜਾਵੈ, ਜੋ ਗੁਰਦੇਵ ਤਾਂ ਨਾ ਦਇਆ ਦੀ ਸਤਾਵੈ। ਜੋ ਗੁਰਦੇਵ ਪੰਚ ਤੇ ਦੂਰ। ਲਓ, ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਤੋਂ ਦੂਰੀ ਬਣ ਜਾਂਦੀ ਹੈ ਭਾਈ। ਜੋ ਗੁਰਦੇਵ ਪੰਚ ਤੇ ਦੂਰ, ਜੋ ਗੁਰਦੇਵ ਨਾ ਮਰਬੋ ਝੂਰ। ਕਹਿੰਦੇ ਭਾਈ ਜੇ ਬ੍ਰਹਮ ਗਿਆਨ ਆ ਗਿਆ, ਜੇ ਧਿਆਨ ਸਿਮਰਨ ਕਰਨ ਲੱਗ ਪਿਆ ਤੇ ਝੁਰ ਕੇ ਨਹੀਂ ਮਰੇਗਾ ਭਾਈ। ਆ ਮਨੁੱਖੀ ਜੀਵਨ ਪਾਈ ਹੈ, ਸਫਲ ਹੋ ਜਾਏਗੀ। ਜੋ ਗੁਰਦੇਵ ਤਾਂ ਅੰਮ੍ਰਿਤ ਬਾਣੀ। ਜਦ ਗੁਰਦੇਵ ਆ ਗਿਆ, ਬ੍ਰਹਮ ਗਿਆਨ ਆ ਗਿਆ ਤੇ ਅੰਮ੍ਰਿਤ ਆ ਜਾਏਗੀ। ਅੰਮ੍ਰਿਤ 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 ਬਾਣੀ, ਉਹਦੀ ਬਾਣੀ ਅੰਮ੍ਰਿਤਮਈ ਹੋ ਜਾਏਗੀ। ਔਰ ਦੂਸਰੇ ਜਿਹੜੇ ਵੀ ਸੁਣਨਗੇ ਉਹ ਵੀ ਜਿਹੜੇ ਹੈਗੇ ਖਿੱਚੇ ਜਾਣਗੇ। ਜੋ ਗੁਰਦੇਵ ਤਾਂ ਅਕਥ ਕਹਾਣੀ। ਜਦ ਗੁਰਦੇਵ ਆ ਗਿਆ ਤੇ ਅਕਥ ਜਿਹੜਾ ਮਾਲਕ ਪਰਮਾਤਮਾ ਜਿਹੜਾ ਹੈਗਾ ਨਹੀਂ ਦਿਸਦਾ, ਜਿਹੜਾ ਰੂਪ ਰੇਖ ਰੰਗ ਨਹੀਂ ਹੈਗਾ, ਉਹ ਕਥਿਆ ਜਾਂਦਾ ਹੈ ਭਾਈ, ਉਹ ਪ੍ਰਗਟ ਹੋ ਜਾਂਦਾ ਹੈ। ਜੋ ਗੁਰਦੇਵ ਤਾਂ ਅੰਮ੍ਰਿਤ ਦੇਹ। ਜਦ ਗੁਰਦੇਵ ਆ ਗਿਆ ਤੇ ਅੰਦਰ ਜਿਹੜਾ ਹੈਗਾ ਧਿਆਨ ਸਿਮਰਨ ਦੇ ਨਾਲ ਇਹ ਇਸੇ ਸਰੀਰ ਦੇ ਵਿੱਚ ਅੰਮ੍ਰਿਤ ਪ੍ਰਗਟ ਹੋ ਜਾਣਾ ਹੈ। ਜੋ ਗੁਰਦੇਵ ਨਾਮ ਜਪ ਲੈ। ਆਇਆ ਭਾਈ, ਨਾਮ ਵੀ ਤਾਂ ਹੀ ਜਪਿਆ ਜਾ ਸਕਦਾ ਹੈ ਜੇ ਗੁਰੂ ਗਾਈਡ ਹੋਏ। ਜੋ ਗੁਰਦੇਵ ਨਾਮ ਜਪ ਲੈ। ਜੋ ਗੁਰਦੇਵ ਪਵਨ ਤ੍ਰੈ ਸੂਝੈ। ਧਰਤ ਪਤਾਲ ਆਕਾਸ਼ ਦੇ ਵਿੱਚ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, 3 ਭਵਨਾਂ ਦਾ ਉਹ ਮਾਲਕ ਪਰਮਾਤਮਾ ਹਰ ਪਾਸੇ ਜਿਹੜਾ ਹੈਗਾ ਉਹ ਸੁੱਝਦਾ ਹੈ। ਮਾਲਕ ਪਰਮਾਤਮਾ ਉਹ ਜਿਹੜਾ ਹੈਗਾ, ਆਪਾਂ ਡੁਐਲਿਟੀ ਤੋਂ ਬਚ ਜਾਂਦੇ ਹਾਂ ਭਾਈ। ਜੋ ਗੁਰਦੇਵ ਊਚ ਪਦ ਬੂਝੈ। ਚੌਥਾ ਪਦ ਬੁੱਝ ਜਾਂਦਾ ਹੈ ਭਾਈ। ਤ੍ਰਿਗੁਣੀ ਮਾਇਆ ਤੋਂ ਚੌਥਾ ਪਦ, ਡੁਐਲਿਟੀ ਤੋਂ ਪਰੇ। ਇੱਕ ਜੋ ਗੁਰਦੇਵ ਤਾਂ ਸੀਸ ਆਕਾਸ਼। ਦੇਖ ਲਓ ਭਾਈ, ਪਹਿਲਾਂ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਵਿਚਾਰ ਸੀਗੇ 9 ਦਰਵਾਜ਼ਿਆਂ ਤੋਂ, ਜਿਹੜੀ ਪ੍ਰਾਣ ਸ਼ਕਤੀ ਥੱਲੇ, ਔਰ ਫਿਰ ਜਿਹੜਾ ਹੈਗਾ ਉਹ ਸੁੰਨ ਮੰਡਲ ਦੇ ਵਿੱਚ। ਜੋ ਗੁਰਦੇਵ ਤਾਂ ਸੀਸ ਆਕਾਸ਼ 10ਵੇਂ ਦੁਆਰ ਵੱਲ। ਜੋ ਗੁਰਦੇਵ ਸਦਾ ਸ਼ਾਬਾਸ਼। ਹਮੇਸ਼ਾ ਫਿਰ ਜਿਹੜੀ ਹੈਗੀ ਸ਼ਾਬਾਸ਼ੀ ਹੈ ਭਾਈ ਮਾਲਕ ਪਰਮਾਤਮਾ ਦੇ ਵੱਲੋਂ, ਦੁਨੀਆ ਦੇ ਵੱਲੋਂ। ਜੋ ਗੁਰਦੇਵ ਸਦਾ ਬੈਰਾਗੀ। ਜਿਹੜਾ ਧਿਆਨ ਸਿਮਰਨ ਕਰਨ ਲੱਗ ਗਿਆ, ਜਿਹਨੂੰ ਜਿਹੜੀ ਹੈਗੀ ਸਹੀ ਗਾਈਡੈਂਸ ਮਿਲ ਗਈ ਅਸਲੀ, ਉਹਨੇ ਕੀ ਕਰਨਾ? ਗੁਰੂ ਨੇ ਕਰਨਾ ਪਿਆਰ ਪਾ ਦੇਣਾ। ਬਾਣੀ ਕੀ ਕਰ ਰਹੀ ਹੈ? ਆਪਣਾ ਪਿਆਰ ਪਾ ਰਹੀ ਹੈ ਉਸ ਮਾਲਕ ਪਰਮਾਤਮਾ ਦੇ ਨਾਲ। ਹਮੇਸ਼ਾ ਬੈਰਾਗੀ, ਪਰਮਾਨੈਂਟ ਜਿਹੜਾ ਹੈਗਾ ਅੰਦਰ ਜਿਹੜਾ ਹੈ ਮਾਲਕ ਦੀ ਖਿੱਚ ਬਣੀ ਰਹੇਗੀ। ਜੋ ਗੁਰਦੇਵ ਸਦਾ ਬੈਰਾਗੀ। ਜੋ ਗੁਰਦੇਵ ਪਰ ਨਿੰਦਾ ਤਿਆਗੀ। ਆ ਦੇਖ ਲਓ ਭਾਈ, ਪਰ ਨਿੰਦਾ, ਪਰਾਈ ਨਿੰਦਾ ਤਿਆਗ ਦਿੰਦਾ ਇਨਸਾਨ। ਜੋ ਗੁਰਦੇਵ ਬੁਰਾ ਭਲਾ ਇੱਕ। ਔਰ ਐਸੀ ਅਵਸਥਾ ਆ ਜਾਂਦੀ ਹੈ, ਕੋਈ ਬੁਰਾ ਕਹੇ ਭਾਵੇਂ ਭਲਾ ਕਹੇ ਪਾਏ, ਇੱਕ ਬਸ ਇੱਕੋ ਜਿਹਾ ਲੱਗਦਾ ਹੈ। ਜੋ ਗੁਰਦੇਵ ਲਿਲਾਟੈਂ ਲੇਖ। ਜਦ ਜੇ ਗੁਰੂ ਗਾਈਡ ਆ ਗਏ, ਜੇ ਧਿਆਨ ਸਿਮਰਨ ਕਰਨ ਲੱਗ ਗਏ ਤੇ ਫਿਰ ਜਿਹੜਾ ਹੈਗਾ ਲਿਲਾਟ ਤੇ ਮੱਥੇ ਦੇ ਉੱਤੇ ਜਿਹੜੇ ਹੈਗੇ ਮਿਲਾਪ ਦੇ ਲੇਖ ਲਿਖੇ ਉਗੜ ਜਾਂਦੇ ਆ, ਲਿਖੇ ਜਾਂਦੇ ਆ। ਜੋ ਗੁਰਦੇਵ ਕੰਧ ਨਹੀਂ ਹਿਰੈ। ਜਦ ਜੇ ਗੁਰਦੇਵ ਆ ਗਏ, ਜੇ ਧਿਆਨ ਸਿਮਰਨ ਜੀਵਨ ਦੇ ਵਿੱਚ ਆ ਗਿਆ ਤੇ ਆ ਸਰੀਰ ਜਿਹੜਾ ਹੈਗਾ ਨਹੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਿਰਦੇ ਨਹੀਂ ਚਰਾਉਂਦੇ। ਨਹੀਂ ਤਾਂ ਇਹਨਾਂ ਨੇ ਸਵਾਸ ਜਿਹੜੇ ਹੈਗੇ ਆਪਣੀ ਉਮਰ, ਆਪਣੇ ਸਵਾਸ ਮੈਕਸੀਮਮ ਇਹਨਾਂ ਨੇ ਲੈ ਜਾਣੇ। ਜੋ ਗੁਰਦੇਵ ਦੇਹਰਾ ਫਿਰੈ। ਦੇਖ ਲਓ ਭਾਈ, ਨਾਮਦੇਵ ਜੀ ਕਹਿੰਦੇ ਆ ਜੇ ਗੁਰੂ, ਜੇ ਬ੍ਰਹਮ ਗਿਆਨ, ਜੇ ਭਗਤੀ ਜੀਵਨ ਦੇ ਵਿੱਚ ਆ ਤੇ ਦੇਹਰਾ ਫਿਰ ਜਾਂਦਾ ਹੈ ਭਾਈ। ਜੋ ਗੁਰਦੇਵ ਤਾਂ ਛਾਪਰ ਛਾਈ। ਗੁਰਦੇਵ ਆ ਗਿਆ ਤੇ ਭਾਈ ਸਿਰ ਦੇ ਉੱਤੇ ਛਪਰੀ ਆ ਗਈ ਭਾਈ। ਸਿਰ ਦੇ ਉੱਤੇ ਤਾਜ ਆ ਜਾਂਦਾ ਹੈ ਭਾਈ। ਉਹ ਮਾਲਕ ਪਰਮਾਤਮਾ ਦਾ ਤਾਜ ਆ ਜਾਂਦਾ ਹੈ ਸਿਰ ਦੇ ਉੱਤੇ। ਜੋ ਗੁਰਦੇਵ ਸਹਿਜ ਨਿਕਸਾਈ। ਔਰ ਜਦ ਗੁਰਦੇਵ ਆ ਗਏ ਜੀਵਨ ਦੇ ਵਿੱਚ ਤੇ ਇਸ ਸੰਸਾਰ ਸਮੁੰਦਰ ਤੋਂ ਸਹਿਜ ਹੀ ਜਿਹੜੀ ਹੈਗੀ ਆ ਇਹ ਪ੍ਰਕਿਰਤੀ ਚੋਂ ਨਿਕਸ ਜਾਂਦਾ ਇਨਸਾਨ, ਮੁਕਤੀ ਆ ਜਾਂਦੀ ਹੈ।
ਜੋ ਗੁਰਦੇਵ 68 ਨਹਾਇਆ, ਜੋ ਗੁਰਦੇਵ ਤਨੇ ਚੱਕਰ ਲਗਾਇਆ। ਜਦ ਬ੍ਰਹਮ ਗਿਆਨ ਆ ਗਿਆ ਜੀਵਨ ਦੇ ਵਿੱਚ, ਭਗਤੀ ਆ ਗਈ, 68 ਤੀਰਥਾਂ ਦਾ ਇਸ਼ਨਾਨ ਹੋ ਗਿਆ ਭਾਈ, ਸਾਰੇ ਚੱਕਰ ਜਿਹੜੇ ਹੈਗੇ ਲੱਗ ਗਏ ਸਰੀਰ ਦੇ ਉੱਤੇ। ਜੋ ਗੁਰਦੇਵ ਸਾਰੀ ਦੀ ਸਾਰੀ ਜਿਹੜੀ ਹੈਗੀ ਆਪਣਾ ਜਿਹੜੇ ਹੈਗੇ ਸਾਰਾ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਸੋਹਣਾ ਬਣ ਗਿਆ ਸਰੀਰ ਸਾਰਾ, ਇਨਸਾਨ ਅੰਦਰੋਂ ਉਹਦਾ ਮਨ ਜਿਹੜਾ ਪਵਿੱਤਰ ਹੋ ਗਿਆ। ਜੋ ਗੁਰਦੇਵ ਤਾਂ ਦੁਆਦਸ ਸੇਵਾ, ਦੁਆ 10 ਤੇ 2 12, ਜੋ ਗੁਰਦੇਵ ਤਾਂ ਦੁਆਦਸ ਸੇਵਾ। ਕਹਿੰਦੇ ਦੁਆਦਸ ਜਿਹੜਾ ਹਿਰਦਾ ਕਮਲ ਹੈਗਾ, 12 ਪੰਖੜੀਆਂ ਵਾਲਾ ਕਮਲ ਜਿਹੜਾ ਹੈਗਾ, ਉਹਦੇ ਅੰਦਰ ਜਿਹੜਾ ਹੈਗਾ ਵਿਸ਼ੇ ਵਿਕਾਰਾਂ ਦਾ ਜਲ ਨਿਕਲ ਜਾਂਦਾ ਹੈ ਭਾਈ, ਔਰ ਅੰਮ੍ਰਿਤ ਆ ਜਾਂਦਾ ਹੈ। ਉਹ ਸੇਵਾ ਹੈ ਭਾਈ, ਤਾਂ ਹੁੰਦੀ ਹੈ ਉਹ ਸੇਵਾ। ਜੋ ਗੁਰਦੇਵ ਸਵੈ ਬਿਖ ਮੇਵਾ। ਔਰ ਇਹ ਸਾਰੀ ਜਿਹੜੀ ਹੈਗੀ ਆ, ਜੋ ਵੀ ਵਿਸ਼ੇ ਵਿਕਾਰ ਮਾਲਕ ਪਰਮਾਤਮਾ ਨੇ ਜਿਹੜੇ ਹੈਗੇ ਪਾਏ ਹੋਏ ਆ ਆਪਾਂ ਨੂੰ ਫਸਾਉਣ ਵਾਸਤੇ, ਇਹਦੇ ਵਿੱਚ ਹੀ ਰਹਿੰਦਾ ਹੋਇਆ ਉਹ ਅੰਮ੍ਰਿਤ ਨੂੰ ਪ੍ਰਾਪਤ ਕਰ ਲੈਂਦਾ ਹੈ। ਜੋ ਗੁਰਦੇਵ ਤਾਂ ਸੰਸਾਰ ਟੂਟਾ ਹੈ, ਜੋ ਗੁਰਦੇਵ ਤਾਂ ਸੰਸਾਰ ਟੂਟਾ ਹੈ। ਜਦ ਤੱਕ ਆਪਣੇ ਜੀਵਨ ਦੇ ਵਿੱਚ ਬ੍ਰਹਮ ਗਿਆਨ ਨਹੀਂ ਆਉਂਦਾ, ਸਹੀ ਧਿਆਨ ਸਿਮਰਨ ਦਾ ਰਸਤਾ ਨਹੀਂ ਪਤਾ ਲੱਗਦਾ, ਤੇ ਸਹਿਮ ਨਹੀਂ ਟੁੱਟਣਾ ਪਾਏ। 2 ਕਦਮ ਅੱਗੇ 2 ਕਦਮ ਪਿੱਛੇ, ਐਸੇ ਤਰੀਕੇ ਦੇ ਨਾਲ ਆਪਾਂ ਔਸੀਲੇਟ ਹੋਈ ਜਾਣਾ ਹੈ। ਤੁਰਨਾ ਫਿਰਨਾ ਕਿਤੇ ਵੀ ਨਹੀਂ ਆ, ਉੱਥੇ ਦੇ ਉੱਥੇ ਹੀ ਖੜੇ, ਕਦੀ ਇੱਧਰ ਕਦੀ ਧਰਮ ਵੱਲ ਗਏ ਤੇ ਉੱਧਰ ਨੂੰ ਹੋ ਗਏ, ਬਾਕੀ ਦੂਸਰੀ ਸੰਗਤ 'ਚ ਗਏ ਉੱਧਰ ਨੂੰ ਹੋ ਗਏ। ਆਪਣਾ ਸੰਸਾ ਹੀ ਨਹੀਂ ਟੁੱਟਣਾ ਸਾਰੇ ਜੀਵਨ ਭਰ। ਜੋ ਗੁਰਦੇਵ ਤਾਂ ਸੰਸਾ ਟੂਟੇ, ਜੋ ਗੁਰਦੇਵ ਤਾਂ ਜਮ ਤੇ ਛੂਟੈ। ਜਦ ਬ੍ਰਹਮ ਗਿਆਨ ਆ ਗਿਆ ਜੀਵਨ ਦੇ ਵਿੱਚ, ਸਹੀ ਰਸਤਾ ਪਤਾ ਲੱਗ ਗਿਆ, ਤੇ ਜਮ ਤੋਂ ਜਿਹੜਾ ਹੈਗਾ ਰਸਤਾ ਵੱਖ ਹੋ ਜਾਂਦਾ ਹੈ, ਜਮ ਤੋਂ ਛੁਟਕਾਰਾ ਹੋ ਜਾਂਦਾ ਹੈ। ਜੋ ਗੁਰਦੇਵ ਤਾਂ ਪੌਜਲ ਤਰੈ, ਜੋ ਗੁਰਦੇਵ ਤਾਂ ਜਨਮੇ ਨਾ ਮਰੈ। ਜਦ ਬ੍ਰਹਮ ਗਿਆਨ ਆ ਗਿਆ ਤੇ ਸੰਸਾਰ ਸਮੁੰਦਰ ਦੇ ਤਰਨ ਦੀ ਵਿਧੀ ਪਤਾ ਲੱਗ ਗਈ, ਸੁਖੈ ਨਹੀਂ ਤਰਿਆ ਜਾਂਦਾ ਹੈ ਇਹ ਪੌਜਲ ਵਿਚਾਰਾਂ ਦਾ। ਜੋ ਗੁਰਦੇਵ ਤਾਂ ਜਨਮੇ ਨਾ ਮਰੈ। ਇਸ ਤਰ੍ਹਾਂ ਆ ਕੇ ਜਿਹੜਾ ਹੈਗਾ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਂਦਾ ਪਾਏ, ਜੇ ਬ੍ਰਹਮ ਗਿਆਨ ਆ ਗਿਆ ਤੇ। ਜੋ ਗੁਰਦੇਵ 8-10 ਵਿਵਹਾਰ, ਜੋ ਗੁਰਦੇਵ 8-10, 10 ਤੇ 8 18, 9 ਨਿਧੀਆਂ 18 ਸਿੱਧੀਆਂ, ਸਾਰੀਆਂ ਜਿਹੜੀਆਂ ਹੈਗੀਆਂ ਮਗਰ ਲੱਗ ਜਾਂਦੀਆਂ ਪਾਏ। ਜੋ ਗੁਰਦੇਵ 8-10 ਵਿਵਹਾਰ, ਜੋ ਗੁਰਦੇਵ 18 ਭਾਰ। ਆ ਪ੍ਰਕਿਰਤੀ ਜਿਹੜੀ ਹੈਗੀ ਸਾਰੀ ਦੀ ਸਾਰੀ 18 ਭਾਰ ਪ੍ਰਕਿਰਤੀ ਹੈਗੀ ਪਾਏ, ਨਹੀਂ ਤਾਂ ਨਿਕਲ ਨਹੀਂ ਦਿੰਦੀ ਪਾਏ। ਇਹ 18 ਭਾਰ ਪ੍ਰਕਿਰਤੀ ਨੂੰ ਕਹਿੰਦੇ ਆ। ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਆ, ਇਹ ਜਿਹੜੀ ਹੈਗੀ ਇਹ ਉਸ ਦੇ ਵਾਸਤੇ ਜਿਹੜਾ ਹੈ, ਜਿਹਦੇ ਕੋਲ ਬ੍ਰਹਮ ਗਿਆਨ ਆ ਗਿਆ, ਜਿਹੜੇ ਧਿਆਨ ਸਿਮਰਨ ਕਰਦਾ ਹੈ, ਇਹਨੇ ਆਪਣੇ ਆਪ ਜਿਹੜਾ ਹੈਗਾ ਉਹਨੂੰ ਰਸਤਾ ਦਿੰਦੀ ਹੈ। ਬਿਨ ਗੁਰਦੇਵ ਅਵਰ ਨਹੀਂ ਜਾਈ, ਨਾਮ ਦਿਓ ਗੁਰ ਕੀ ਸਰਣਾਈ। ਕਹਿੰਦੇ ਹੋਰ ਕੋਈ ਆਪਸ਼ਨ ਹੀ ਨਹੀਂ ਹੈਗਾ, ਬਿਨ ਗੁਰਦੇਵ ਅਵਰ ਨਹੀਂ ਜਾਈ। ਕਹਿੰਦੇ ਹੋਰ ਕੋਈ ਰਸਤਾ ਹੀ ਨਹੀਂ ਹੈਗਾ ਬ੍ਰਹਮ ਗਿਆਨ ਤੋਂ ਇਲਾਵਾ, ਬ੍ਰਹਮ ਗਿਆਨੀਆਂ ਤੋਂ ਇਲਾਵਾ। ਇਹ ਜਿਨ੍ਹਾਂ ਨੇ ਯਾਤਰਾ ਕੀਤੀ ਆ, ਜਿਹੜੇ ਧਿਆਨ ਸਿਮਰਨ ਕਰ ਰਹੇ ਆ, ਉਹਨਾਂ ਦੀ ਗਾਈਡੈਂਸ ਤੋਂ ਇਲਾਵਾ ਹੋਰ ਕੋਈ ਰਸਤਾ ਹੀ ਨਹੀਂ ਹੈਗਾ। ਬਿਨ ਗੁਰਦੇਵ ਅਵਰ ਨਹੀਂ ਜਾਈ, ਨਾਮ ਦਿਓ ਗੁਰ ਕੀ ਸਰਣਾਈ। ਇਸੇ ਕਰਕੇ ਨਾਮਦੇਵ ਜੀ ਕਹਿੰਦੇ ਆ, ਮੈਂ ਤਾਂ ਭਾਈ ਗੁਰੂ ਦੀ ਸ਼ਰਨ ਦੇ ਵਿੱਚ ਭਗਤੀ ਕਰਦਾ, ਗੁਰੂ ਤੋਂ ਗਿਆਨ ਲੈ ਕੇ ਤਾਂ ਹੀ ਭਗਤੀ ਕਰਦਾ। ਹਾਂਜੀ ਗੋਰਖੀ ਸਾਹਿਬ, ਇਹ ਤਾਂ ਬੜਾ ਲੰਬਾ ਸ਼ਬਦ ਸੀਗਾ। ਹਾਂਜੀ ਠੀਕ ਹੈ ਜੀ, ਮੈਂ ਫਿਰ ਆਪ ਜੀ ਨੂੰ ਉਹ ਚੀਜ਼ ਸਮਝਾਉਣਾ। ਦੇਖੋ ਉਹ ਕੀ ਕਹਿ ਰਹੇ ਨੇ ਕਿ ਬੰਦੇ ਨੂੰ ਕਿੱਥੇ ਪਤਾ ਲੱਗਦਾ। ਹਾਂ, ਬੰਦੇ ਨੂੰ ਕੋਈ ਪਤਾ ਥੋੜੀ ਲੱਗਦਾ। ਇਹਨੂੰ ਕਹਿ ਦੂ ਕਿ ਤੂੰ ਆਪਣੇ ਆਪ ਨੂੰ ਬਦਲ, ਉਹ ਕਹਿੰਦਾ ਕਿਹੜੀ ਗੱਲ ਕੀਤੀ ਹੈ, ਮੈਂ ਤੇ ਬਿਲਕੁਲ ਸਹੀ। ਉਹ ਕਹਿੰਦੇ ਪਰ ਸੰਗਤ ਚ ਜਾਏਗਾ ਤੇ ਤੇਰਾ ਚਿਹਰਾ ਦਿਖਾਉਂਦੀ ਹੈ ਸੰਗਤ ਤੇਰੇ ਸਾਹਮਣੇ, ਤੇਰਾ ਅਸਲੀ ਕਰੈਕਟਰ ਹੈਗਾ ਉਹਨੂੰ ਦਿਖਾ ਦੇਣਾ ਸੰਗਤ ਨੇ। ਧਿਆਨ ਸਿਮਰਨ ਕਰਨ ਵਾਸਤੇ ਕਹਿਣਾ ਉਹਨਾਂ ਨੇ, ਇਹਨੂੰ ਖੁਦ ਹੀ ਪਤਾ ਲੱਗ ਜਾਣਾ ਕਿ ਮੈਂ ਕੀ ਹਾਂ। ਦੇਖੋ ਸੈਲਫ ਰਿਅਲਾਈਜੇਸ਼ਨ ਦਾ ਮਤਲਬ ਹੀ ਹੈ ਕਿ ਆਪਣੇ ਆਪ ਨੂੰ ਜਾਣ ਲੈਣਾ।
ਔਰ ਜਦੋਂ ਤੁਸੀਂ ਆਪਣੇ ਆਪ ਨੂੰ ਜਾਣ ਲਿਆ ਨਾ ਕਿ ਇਹ ਮੇਰੇ 'ਚ ਕਮੀ ਹੈਗੀ ਹੈ, ਉਹ ਆਪੇ ਤੁਹਾਡੇ ਤੋਂ ਦੂਰ ਹੋ ਜਾਣੀ ਹੈ। ਕੇਵਲ ਇਹ ਜਾਣਨ ਦੇ ਨਾਲ ਕਿ ਹਾਂ ਤੁਸੀਂ ਸਾਮੀ ਕਥਾ ਕਰਦੇ ਜੋ ਆਪਾਂ ਬਹਿੰਦੇ ਆ, ਇਹਦੇ ਵਿੱਚ ਆਪਾਂ ਨੂੰ ਕੀ ਸਿਖਾ ਰਹੀ ਹੈ ਬਾਣੀ? ਇਹੋ ਸਿਖਾ ਰਹੀ ਕਿ ਤੂੰ ਆਪਣੇ ਜੀਵਨ ਤੇ ਨਜ਼ਰ ਮਾਰ, ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰ। ਤੂੰ ਜਦੋਂ ਤੂੰ ਆਪਣੇ ਆਪ ਨੂੰ ਵੇਖਣਾ ਸ਼ੁਰੂ ਕੀਤਾ ਤੇ ਫਿਰ ਤੂੰ ਆਪਣਾ ਗੁਰੂ ਆਪੇ ਬਣ ਜਾਣਾ, ਆਪਣਾ ਗੁਰੂ ਬਣ ਜਾਣਾ। ਗੁਰੂ ਦਾ ਮਤਲਬ ਇਹੋ ਹੀ ਆ ਕਿ ਤੇਰੇ ਅੰਦਰ ਜਿਹੜੀ ਚੰਗਿਆਈ ਆ ਤੈਨੂੰ ਉੱਪਰ ਲੈ ਕੇ ਆ ਤੇ ਜਿਹੜੀ ਬੁਰਾਈ ਉਹਨੂੰ ਛੱਡ ਦੇ। ਥੋੜਾ ਸਮੇਂ ਲਈ ਜਦੋਂ ਆਪਾਂ ਅੰਦਰ ਧਿਆਨ ਹੋ ਕੇ ਬਹਿੰਦੇ ਆ ਤੇ ਆਪਾਂ ਕਰਦੇ ਕੀ ਪਏ ਆ? ਕੇਵਲ ਆਪਣੇ ਅੰਦਰ ਜੋ ਚੱਲ ਰਿਹਾ ਹੈ, ਜੋ ਵੀ ਮੈਕੈਨਿਜ਼ਮ ਚੱਲਣ ਦਿਆ ਉਹਨੂੰ ਵੇਖਣਾ ਹੈ। ਇੱਕ ਡਮੀ ਵਾਂਗੂ ਆਪਣਾ ਜੀਵਨ ਬਤੀਤ ਨਹੀਂ ਕਰਨਾ, ਅੰਦਰ ਵਿਵੇਕ ਪੈਦਾ ਕਰਨਾ ਹੈ ਕਿ ਇਹ ਆਹ ਚੀਜ਼ ਮੈਂ ਕਰ ਰਿਹਾ ਤੇ ਕਿਉਂ ਕਰ ਰਿਹਾ, ਮੈਂ ਤਾਂ ਇਹਦੇ ਪਿੱਛੇ ਪ੍ਰਾਪਤੀ ਕੀ ਹੋ ਰਹੀ ਹੈ ਮੈਨੂੰ, ਇੰਨੀ ਗੱਲ ਹੈ ਬਸ। ਹੋਰ ਕੀ? ਤੁਸੀਂ ਕਰੋ ਜੋ ਮਰਜ਼ੀ ਕਰੋ, ਪਰ ਦੇਖੋ ਸੱਚੀ ਉਹ ਜ਼ਰੂਰਤ ਹੈਗੀ ਉਹ ਚੀਜ਼ ਦੀ। ਜੋ ਵੀ ਮੈਂ ਕਰ ਰਿਹਾ, ਕਿਧਰ ਮਰਜ਼ੀ ਮੈਂ ਜਾ ਰਿਹਾ, ਜੋ ਮਰਜ਼ੀ ਕਮਾ ਰਿਹਾ, ਜੋ ਮਰਜ਼ੀ ਮੈਂ ਖਾ ਰਿਹਾ, ਉਹ ਵੇਖਣਾ ਹੈ ਕਿ ਸੱਚੀ ਇਹ ਜੋ ਕਰ ਰਿਹਾ ਵਾ ਇਹ ਜ਼ਰੂਰਤ ਹੈਗੀ ਮੇਰੇ ਜੀਵਨ ਦੀ। ਕਿਤੇ ਐਵੇਂ ਮੈਂ ਸ਼ੌਂਕ ਦੇ ਨਾਲ ਜਾਂ ਲੋਕਾਂ ਨੂੰ ਦਿਖਾਉਣ ਵਾਸਤੇ ਜਾਂ ਕਿਤੇ ਐਵੇਂ ਸ਼ੋ ਆਫ ਤੇ ਨਹੀਂ ਕਰਨ ਡਿਆ ਪਿਆ ਮੈਂ। ਹਾਂ ਦੇਖ ਲਓ ਗੋਰਖੀ ਸਾਹਿਬ, ਆਪਣੇ ਇੱਕ ਸਵਾਦ ਦੇ ਵਾਸਤੇ ਆਪਾਂ ਕਿਤੇ 10 ਬੰਦਿਆਂ ਨੂੰ ਤਕਲੀਫ ਤਾਂ ਨਹੀਂ ਦੇ ਰਹੇ ਭਾਈ। 10 ਦਾ ਜਿਹੜਾ ਹੈਗਾ ਉਹਨਾਂ ਦੇ ਮੂੰਹ ਤੋਂ ਖਿੱਚ ਕੇ ਆਪਣੇ ਮੂੰਹ 'ਚ ਤਾਂ ਨਹੀਂ ਪਾ ਰਹੇ ਆਪਾਂ। ਹਾਂਜੀ ਹਾਂ, ਬਸ ਇਹਨੂੰ ਥੋੜਾ ਵੇਖਣਾ ਸ਼ੁਰੂ ਕਰ ਲੋ। ਘਰਾਂ 'ਚ ਬਹਿੰਦੇ ਆਪਣੇ ਆਪਣੇ ਆਲੇ ਦੁਆਲੇ ਵੇਖੋ, ਤੁਹਾਡੇ ਕਰਕੇ ਕੋਈ ਦੂਜਾ ਤੇ ਨਹੀਂ ਕੋਈ ਡਿਸਟਰਬ ਹੋ ਰਿਹਾ। ਹੁਣ ਕਈ ਬੰਦੇ ਕਹਿੰਦੇ ਕਿ ਭਾਜੀ ਸਾਡੇ ਘਰ ਸ਼ਾਂਤੀ ਨਹੀਂ ਹੈ। ਮੈਂ ਕਿਹਾ ਤੁਹਾਡੇ ਘਰ ਵੇਖੋ ਫਲਾਣਾ ਬੰਦਾ ਇੱਕ ਹੈਗਾ ਵਾ, ਤੁਸੀਂ ਸਾਰੇ ਡੱਬਰ ਉੱਤੇ ਜ਼ੋਰ ਪਾਉਂਦੇ ਜੋ, ਉਹਨੂੰ ਮਾੜਾ ਚੰਗਾ ਬੋਲਦੇ ਜੋ, ਉਹਦੀ ਵਾਈਬ੍ਰੇਸ਼ਨ ਤੁਹਾਡੇ ਘਰ ਫੈਲਣੀ। ਦੇਖੋ ਜੇ ਤੁਹਾਡੇ ਕੋਈ ਬਜ਼ੁਰਗ ਆ, ਤੁਸੀਂ ਉਹਨੂੰ ਬਰਾਬਰ ਟ੍ਰੀਟ ਨਹੀਂ ਨਾ ਕਰਨ ਦੇ, ਉਹ ਸਮਝ ਲਓ ਕਿ ਆਪ ਉੱਥੇ ਗੜਬੜ ਹੋ ਗਈ ਆ। ਉਹ ਘਰ ਦੇ ਵਿੱਚ ਉਹ ਗੱਲ ਨਹੀਂ ਬਣਨੀ, ਕਿਉਂਕਿ ਇੱਕ ਬੰਦਾ ਦੁਖੀ ਬੈਠਾ ਉੱਥੇ। ਉਹ ਕਿਉਂ ਦੁਖੀ ਆ ਉਹ ਵੇਖੋ, ਉਹਦਾ ਕਾਰਨ ਕੀ ਹੈ। ਕਿਤੇ ਤੁਹਾਡੇ ਕਰਕੇ ਤੇ ਨਹੀਂ ਦੁਖੀ ਹੋਣ ਦਿਓ। ਉਹਦਾ ਬਣਦਾ ਹੱਕ ਤੁਹਾਨੂੰ ਦੇਣਾ ਹੀ ਪੈਣਾ। ਇਹ ਮਨ ਚੋਂ ਵਰਕਾ ਪਾੜ ਦਿਓ, ਇੰਨੀ ਦੁਨੀਆ ਹੈ, ਇਹ ਲੋਕ ਤੁਹਾਡੇ ਨਾਲ ਰਹਿਣ ਦੇ ਨੇ, ਇੱਕ ਕਾਰਨ ਹੈਗਾ ਤੁਹਾਡਾ ਇਹਨਾਂ ਦਾ ਲੈਣਾ ਦੇਣਾ ਹੈਗਾ। ਔਰ ਜਦੋਂ ਬੰਦਾ ਏਦਾਂ ਦਾ ਕੰਮ ਉਹਦਾ ਬੰਦਾ ਛੱਡ ਕੇ ਭੱਜ ਜਾਂਦਾ, ਨਿੱਜਰ ਸਾਹਿਬ ਜ਼ਿੰਮੇਵਾਰੀ ਤੋਂ ਭੱਜ ਜਾਂਦਾ, ਬਾਗੀ ਹੋ ਜਾਂਦਾ। ਬਿਲਕੁਲ। ਹੁਣ ਇੱਥੇ ਮੇਰਾ ਇੱਕ ਕੰਮ ਆ, ਮੈਂ ਕੇਲਾ ਖਾਧਾ, ਹੁਣ ਮੈਂ ਛਿਲਕਾ ਸੁੱਟਣਾ ਵਾ। ਉਹ ਛਿਲਕੇ ਨੂੰ ਚੰਗੀ ਜਗ੍ਹਾ ਸੁੱਟਣ ਲਈ ਟਾਈਮ ਲੱਗਣਾ, ਤੇ ਮੈਂ ਰਾਹ 'ਚ ਸੁੱਟਦਾ ਤੇ ਬਿਲਕੁਲ ਐਵੇਂ ਸੁੱਟਦਾ। ਮੈਂ ਡਿਊਟੀ ਤੋਂ ਭੱਜ ਗਿਆ ਨਾ ਆਪਣੀ। ਤਾਂ ਇਹ ਇੱਕ ਮੈਂ ਛਿਲਕੇ ਦੀ ਉਦਾਹਰਨ ਦਿੱਤੀ ਆ। ਜਿੱਥੇ ਸਾਡਾ ਕੰਮ ਹੈ, ਜਿੱਥੇ ਸਾਡਾ ਪਲੇ ਹੈਗਾ, ਜਿੱਥੇ ਸਾਡਾ ਰੋਲ ਆ, ਜੇ ਤੁਸੀਂ ਆਪਣਾ ਰੋਲ ਨਹੀਂ ਪਲੇ ਕਰੋਗੇ ਤੇ ਕਿੱਥੋਂ ਤੁਸੀਂ ਸੁਖੀ ਹੋ ਜਾਓਗੇ? ਦੱਸੋ ਮੈਨੂੰ। ਬੰਦਾ ਕਰਨਾ ਨਹੀਂ ਚਾਹੁੰਦਾ, ਬੰਦਾ ਬੇਈਮਾਨ ਹੈ, ਉਹ ਕਹਿੰਦਾ ਛੱਡ ਦੇ, ਖੜਾ ਰਹਿਣ ਦੇ, ਕੌਣ ਬਿੰਦਾ ਪਿਆ। ਇਸੇ ਕਰਕੇ ਆਪਾਂ ਇੱਧਰ ਉੱਧਰ ਹੱਥ ਪੱਲਾ ਮਾਰਦੇ ਫਿਰਦੇ। ਕਿਉਂ ਮਾਰਦੇ ਫਿਰਦੇ ਆ? ਆਪਾਂ ਸ਼ਾਰਟਕਟ ਚਾਹੁੰਦੇ ਆ, ਆਪਾਂ ਚਾਹੁੰਦੇ ਹੀ ਨਹੀਂ ਆਪਣਾ ਉਹ ਰੋਲ ਕੀਤਾ ਜਾਵੇ। ਆਪਾਂ ਪਲੇ ਤੋਂ ਭੱਜਣ ਨਹੀਂ, ਹੋਰ ਕੀ ਹੈ। ਪਲੇ ਤੇ ਇਹੋ ਕਹਿੰਦੇ ਰਾਤ ਨੂੰ 3 ਵਜੇ ਆਵਾਜ਼ ਪਈ, ਕੋਈ ਪਾਣੀ ਮੰਗਣ ਤੈਨੂੰ ਪਿਆ, ਕੋਈ ਭੁੱਖਾ ਬੈਠਾ ਨੂੰ ਰੋਟੀ ਦੇ, ਉਹਨੂੰ ਬਰਾਬਰ ਦੀ ਰੋਟੀ ਜਿਹੜੀ ਤੂੰ ਖਾਂਦੇ ਆ ਉਹਨੂੰ ਉਹ ਦੇ। ਕਿਉਂਕਿ ਤੂੰ ਕੁਝ ਹੋਰ ਖਾਈ ਜਾਵੇਂ ਦੇਵੇਂ ਕੁਝ ਹੋਰ, ਉਹ ਵੀ ਗੜਬੜ ਹੈ। ਕਿਉਂਕਿ ਇਹ ਚੀਜ਼ਾਂ ਬਹੁਤ ਬਰੀਕ ਨੇ, ਔਰ ਇਸੇ ਕਰਕੇ ਇਸ ਮਾਰਗ ਤੇ ਕੋਈ ਆਉਂਦਾ ਹੀ ਨਹੀਂ। ਤਿਆਰ ਕਿਉਂ ਨਹੀਂ ਆ? ਕਿਉਂਕਿ ਬੰਦਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਸਹੀ ਤਰ੍ਹਾਂ ਚੱਲਾਂ, ਕੋਈ ਬੰਦਾ ਜ਼ਿੰਮੇਵਾਰੀ ਨਿਭਾਉਣਾ ਚਾਹੁੰਦਾ, ਬੰਦਾ ਕਹਿੰਦਾ ਨਹੀਂ ਬੇਈਮਾਨੀ ਬਹੁਤ ਈਜ਼ੀ ਆ, ਪਰ ਬਾਣੀ ਕਹਿੰਦੀ ਨਹੀਂ ਸਹੀ ਹੋ, ਇਸ ਲਈ ਚੰਗਾ ਨਹੀਂ ਹੋ। ਕਹਿੰਦੇ ਹਮ ਦੇਖੇ ਤੈ ਡੁੱਬੇ ਆਲੇ ਹੋ, ਮੈਂ ਵੀ ਨਾ ਡੁੱਬ ਰਹੇ ਵਿਚਾਰੇ, ਕਿਉਂਕਿ ਉਹ ਚੀਜ਼ ਤੋਂ ਭੱਜ ਰਹੇ ਨੇ। ਪਰ ਉਹ ਸੋਚਦੇ ਦੂਜੇ ਨੂੰ ਧੋਖਾ ਦੇ ਦਿੰਦੇ ਆ, ਪਰ ਦੂਜੇ ਨੂੰ ਕੋਈ ਨਹੀਂ ਧੋਖਾ ਦੇ ਦਿੰਦਾ, ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਬਾਣੀ ਦੀ ਉਹ ਕਹਿੰਦੀ ਹੈ, ਬਾਣੀ ਫਿਰ ਕਹਿੰਦੀ ਮੈਂ ਆਪਣੇ ਆਪ ਨੂੰ ਸਹੀ ਕੀਤਾ, ਮੈਂ ਕੁਝ ਨਹੀਂ ਕੀਤਾ, ਕੇਵਲ ਆਪਣੇ ਆਪ ਨੂੰ ਸਹੀ ਕਰ ਲਓ ਤੇ ਸੰਸਾਰ ਤੋਂ ਨਿਕਲ ਜਾਊਗਾ। ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਨਹੀਂ ਸਹੀ ਕਰਦੇ, ਤੁਹਾਡਾ ਚਿੱਤ ਸ਼ਾਂਤ ਹੋ ਹੀ ਨਹੀਂ ਸਕਦਾ। ਕਿੱਥੋਂ ਹੋਊਗਾ? ਕੰਪਨ, ਇੰਨੀ ਕੰਪਨ। ਤੁਸੀਂ ਇੱਕ ਚੀਜ਼ ਲੋਕਾਂ ਨੂੰ ਵੰਡ ਰਹੇ ਜੋ, ਉਹ ਵੱਜ ਕੇ ਵਾਪਸ ਆ ਰਹੀ ਹੈ ਤੁਹਾਡੇ ਵੱਲ, ਘੁੰਮ ਘੁੰਮ ਕੇ ਆ ਰਹੀ ਹੈ। ਤੁਸੀਂ ਚੰਗਿਆਈ ਵੰਡ ਦੋ, ਚੰਗਿਆਈ ਆ ਜਾਊਗੀ। ਬੁਰਾਈ ਵੰਡੋਗੇ ਤਾਂ ਬੁਰਾਈ ਘੁੰਮ ਘੁੰਮ ਕੇ ਤੁਹਾਨੂੰ ਵੱਜਣੀ, ਉਹੀ ਚੀਜ਼।
ਐਵਰੀ ਐਕਸ਼ਨ ਇਕੁਅਲ ਰਿਐਕਸ਼ਨ। ਤੁਸੀਂ ਜਿੱਦਾਂ ਦਾ ਐਕਸ਼ਨ ਕਰਦੇ ਜੋ ਉਸੇ ਤਰ੍ਹਾਂ ਦਾ ਰਿਐਕਸ਼ਨ ਤੁਹਾਡੇ ਵੱਲ ਆ ਰਿਹਾ। ਤੁਸੀਂ ਇੱਕ ਗਾਲ ਕੱਢੋ, 2-3 ਗਾਲਾਂ ਵੱਧ ਕੇ ਆਉਣੀਆਂ। ਨਜਰ ਸਾਹਿਬ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਉਹਨੂੰ ਪਹਿਲੇ ਸਟੈਪ ਤੇ ਸਟਾਪ ਕਰ ਦਿਓ। ਸਟਾਪ ਕਰਨ ਦਾ ਮਤਲਬ ਇਹੋ ਹੀ ਆ ਕਿ ਵੇਖੋ ਕਿ ਉਹ ਇਹਨੂੰ ਇਦਾਂ ਕਿਉਂ ਹੋਇਆ, ਕਨਫਿਊਜ਼ਨ ਕਿਉਂ ਕ੍ਰੀਏਟ ਹੋ ਰਹੀ। ਚਲ 1 ਵਾਰੀ ਹੋਈ, 2 ਵਾਰੀ ਹੋਈ, 4 ਵਾਰੀ ਹੋਈ, ਬਾਰ-ਬਾਰ ਉਹ ਲੜਾਈ ਆਪਾਂ ਕਰ ਰਹੇ ਹਾਂ। ਉਹਦੇ ਲਈ ਸਾਨੂੰ ਵਿਚਾਰ ਕਰਨ ਦੀ ਲੋੜ ਆ, ਅੰਡਰਸਟੈਂਡਿੰਗ ਦੀ ਲੋੜ ਆ। ਉਸ ਬੰਦੇ ਨਾਲ ਗੱਲ ਕਰੋ, ਉਹਨੂੰ ਦੱਸੋ ਯਾਰ ਮੈਂ ਤੇਰੇ ਨਾਲ ਇੱਥੇ ਰਹਿੰਦੇ ਆਵਾਂ, 20-22 ਸਾਲ ਹੋ ਗਏ ਆਪਾਂ ਇਕੱਠੇ ਆ, ਹਫ਼ਤੇ 'ਚ 3-4 ਵਾਰੀ ਆਪਾਂ ਲੜਦੇ ਪਏ ਆ, ਤੇ ਪਲੀਜ਼ 2-4 ਮਿੰਟ ਬਹਿ ਕੇ ਆਪਾਂ ਵੇਖੀਏ ਤੇ ਸਹੀ ਯਾਰ ਕਿਹਦਾ ਕਸੂਰ ਆ, ਆਪਾਂ ਏਦਾਂ ਕਿਉਂ ਕਰਦੇ ਆ। ਜਿੱਥੇ ਮੇਰਾ ਕਸੂਰ ਮੈਨੂੰ ਦੱਸ ਦੇ, ਤੇ ਜਿੱਥੇ ਮੈਨੂੰ ਪੁਆਇੰਟ ਲੱਗ ਰਹੇ ਨੇ ਤੁਸੀਂ ਵੀ ਉੱਥੇ ਇੰਪਰੂਵਮੈਂਟ ਕਰੋ, ਗੱਲ ਖਤਮ ਹੋ ਜੇ। ਐਵੇਂ ਉਧਰੋਂ ਤੁਸੀਂ ਬੰਦੂਕਾਂ ਚਲਾਤੀਆਂ, ਇਧਰੋਂ ਮੈਂ ਬੰਦੂਕਾਂ ਚਲਾਤੀਆਂ, ਹਰ ਦਿਨ ਬੁੱਕਾਂ ਚੱਲ ਲੈਂਦੀਆਂ ਨੇ। ਕਿਉਂ ਚੱਲਦੀਆਂ ਨੇ? ਇੱਥੇ ਸਾਡਾ ਵਿਵੇਕ ਕੰਮ ਆਉਂਦਾ। ਲੜਨ ਨੂੰ ਤਾਂ ਲੜੀ ਜਾਈਏ ਆਪਾਂ, ਕੌਣ ਬਹਿੰਦਾ ਇੱਥੇ? ਲੜੀ ਜਾਓ। ਕਈ ਬੰਦੇ ਮੈਂ ਵੇਖੇ ਸਾਰੀ ਜ਼ਿੰਦਗੀ ਲੜਦੇ ਰਹਿੰਦੇ ਆ, 70-70 ਸਾਲ 80-80 ਸਾਲ ਦੇ ਬੰਦੇ ਬੁੱਢੇ ਹੋ ਜਾਂਦੇ ਆ, ਉਹ ਕੁੱਕੜਾਂ ਨੂੰ ਲੜੀ ਜਾਂਦੇ ਆ। ਗੱਲ ਕੁਛ ਵੀ ਨਹੀਂ ਹੈਗੀ, ਕੇਵਲ ਸਾਡੀ ਸਹਿਮਤੀ ਤੇ ਅਸਹਿਮਤੀ ਆ। ਕਈ ਜਗ੍ਹਾ ਤੇ ਅਸੀਂ ਸਹੀ ਹੁੰਦੇ ਆ, ਕਈ ਜਗ੍ਹਾ ਤੇ ਉਹ ਸਹੀ ਹੁੰਦਾ, ਪਰ ਆਪਾਂ ਵਿਚਾਰਾਂ ਦਾ ਫਰਕ ਹੁੰਦਾ। ਅਸਲ ਦੇ ਵਿੱਚ ਦੇਖੋ, ਹਰ ਇੱਕ ਬੰਦਾ ਆਪਣੇ ਚਿੱਤ ਦੇ ਅਨੁਸਾਰ ਜੀਵਨ ਬਤੀਤ ਕਰ ਰਿਹਾ। ਜੇਕਰ ਅਸੀਂ ਸੋਚੀਏ ਨਾ ਕਿ ਉਹ ਸਾਡੇ ਕਹਿ ਅਨੁਸਾਰ ਬਦਲ ਜੇ, ਇਹ ਪੋਸੀਬਲ ਨਹੀਂ ਹੈਗਾ। ਉਹ ਮਜਬੂਰ ਹੈ ਵਿਚਾਰਾ, ਉਹ ਕੋ ਹੈ ਹੀ ਉਹ ਕੁਝ, ਕਿੱਥੋਂ ਦੇ ਦੂਗਾ? ਤੇ ਆਪਾਂ ਸੋਚਦੇ ਹਾਂ, ਆਪਾਂ ਕਹਿੰਦੇ ਨਹੀਂ ਜੀ ਨਹੀਂ, ਇਹ ਬੰਦਾ ਬਿਲਕੁਲ ਏਦਾਂ ਸਾਡੇ ਅਨੁਸਾਰ ਚੱਲੇ 101%, ਤੇ ਤਾਂ ਹੀ ਇਹਨੂੰ ਸਵੀਕਾਰ ਕਰਨਾ। ਨਹੀਂ ਤੇ ਸਾਡੀ ਅਸੀਂ ਇੱਕ ਐਸੀ ਐਨਕ ਲੈ ਕੇ ਬੈਠੇ ਆ ਨਾ, ਤੁਸੀਂ ਉਹ ਵੇਖਿਆ ਨਹੀਂ, ਉਹ ਇੱਕ ਦਾਨਵ ਸੀ, ਰਾਖਸ਼ ਸੀ, ਉਹ ਕੋਲ ਇੱਕ ਮੰਜਾ ਸੀ, ਤੇ ਜਦੋਂ ਜੰਗਲ 'ਚ ਕੋਈ ਲੰਘਦਾ ਸੀ ਉਹਨੂੰ ਫੜ ਲੈਂਦਾ ਸੀ। ਉਹ ਕਹਿੰਦੇ ਵੀ ਮੇਰੇ ਕੋਲ ਇੱਕ ਮੰਜਾ ਹੈਗਾ ਵਾ, ਜੇ ਤੂੰ ਛੋਟਾ ਹੋਇਆ ਤੈਨੂੰ ਮੈਂ ਖਿੱਚ ਕੇ ਲੰਮਾ ਕਰ ਦੂੰਗਾ, ਜੇ ਤੂੰ ਮੰਜੇ ਤੋਂ ਲੰਬਾ ਹੋਇਆ ਤੈਨੂੰ ਵੱਢ ਕੇ ਛੋਟਾ ਕਰ ਦੂੰਗਾ। ਮੈਂ ਕਿਸੇ ਤਰੀਕੇ ਨਾਲ ਬੰਦੇ ਨੂੰ ਬਹਿਣ ਨਹੀਂ ਦੇਣਾ, ਸੈੱਟ ਨਹੀਂ ਕਰਨਾ। ਹੁਣ ਸਾਡੇ ਕੋਲ ਮੰਜਾ ਹੈਗਾ ਵਾ, ਅਸੀਂ ਉੱਥੇ ਮੰਜੇ ਨੂੰ ਸੈੱਟ ਕਰਦੇ ਬੰਦੇ ਨੂੰ, ਤੇ ਜਦੋਂ ਕੋਈ ਸੈੱਟ ਨਹੀਂ ਬਹਿੰਦਾ ਤੇ ਅਸੀਂ ਫਿਰ ਉਹ ਸਾਡੇ ਅੰਦਰ ਹਲਚਲ ਪੈਦਾ ਹੁੰਦੀ। ਹੁਣ ਮੈਂ ਤੁਹਾਡੇ ਲਾਗੇ ਆਇਆ ਵਾਂ, ਮੈਂ ਤੁਹਾਡੀ ਹੰਕਾਰ ਨੂੰ ਪੱਠੇ ਪਾਤੇ, ਤੁਹਾਡੇ ਗੋਡਿਆਂ ਨੂੰ ਹੱਥ ਲਾਤੇ, ਤੁਹਾਡੇ ਪੈਰਾਂ ਨੂੰ ਹੱਥ ਲਾਤਾ, ਤੁਸੀਂ ਕਹਿਣਾ ਬੜਾ ਵਧੀਆ ਚਰਨਜੀਤ ਆ, ਤੇ ਮੈਂ ਤੁਹਾਨੂੰ ਕੁਛ ਵੀ ਨਹੀਂ ਕਿਹਾ, ਸਾਈਡ ਤੇ ਹੋ ਕੇ ਬਹਿ ਗਿਆ, ਤੁਸੀਂ ਕਹਿਣਾ ਬੰਦੇ ਚਾਕੜੀ ਬੜੀ ਆ, ਕਿਉਂਕਿ ਮੈਂ ਤੁਹਾਡੇ ਹੰਕਾਰ ਨੂੰ ਪੱਠੇ ਨਹੀਂ ਪਾਏ। ਬਿਲਕੁਲ, ਕਿਉਂਕਿ ਉਹ ਬੰਦਾ ਅਗਲਾ ਸਹੀ ਜਾਂ ਗਲਤ ਉਹ ਮੈਟਰ ਨਹੀਂ ਕਰਦਾ, ਆਪਾਂ ਉਹਨੂੰ ਬਾਹਰੀ ਬਿਹੇਵੀਅਰ ਨੂੰ। ਹੋ ਸਕਦਾ ਬੰਦਾ ਤੁਹਾਡਾ ਬਹੁਤ ਮਾਣ ਕਰਦਾ ਹੋਵੇ, ਨਹੀਂ ਏਦਾਂ ਕਰ ਸਕਦਾ ਫਾਰਮੈਲਿਟੀ, ਪਰ ਕਈ ਬੰਦੇ ਏਦਾਂ ਨਕਲੀ ਨਾਟਕ ਕਰੀ ਜਾਂਦੇ, ਹੁਣ ਅੰਦਰੋਂ ਬੰਦੇ ਖਤਰਨਾਕ ਹੁੰਦੇ ਆ। ਪਰ ਅਸੀਂ ਉਹ ਨਹੀਂ ਵੇਂਦੇ, ਅਸੀਂ ਵੇਂਦੇ ਕਿ ਹਾਂ ਵੀ ਸਾਡੇ ਹੰਕਾਰ ਦੀ ਪੂਰਤੀ ਹੋ ਗਈ, 10-12 ਬੰਦੇ ਵੇਂਦੇ ਪਏ, ਮੇਰੇ ਗੋਡਿਆਂ ਨੂੰ ਹੱਥ ਲਾਤਾ ਤੇ ਇਹ ਬੰਦਾ ਬਹੁਤ ਵਧੀਆ। ਇਹੋ ਹੀ ਸਾਡੀ ਇੱਕ ਸੋਚ ਆ। ਤੇ ਆਹ ਬਾਣੀ ਤੋਂ ਅੱਜ ਦਾ ਆਪਾਂ ਇਹੋ ਸਿੱਖਣਾ ਕਿ ਇੱਥੇ ਸੰਗਤ 'ਚ ਇਹੋ ਸਮਝਾਇਆ ਗਿਆ ਕਿ ਸੰਗਤ ਜੇ ਸਾਨੂੰ ਸਿਖਾਉਂਦੀ ਆ ਕਿ 5-10 ਮਿੰਟ ਆਪਣੇ ਜੀਵਨ ਦੇ ਅੱਧਾ ਘੰਟਾ ਕੱਢ ਭੁੱਲਿਆ, ਇਹਨੂੰ ਉੱਥੇ ਕੰਮ ਕਰਨ ਦੀ ਲੋੜ ਪੈਣੀ ਆ। ਨਹੀਂ ਕਰੇਂਗੇ ਤੇ ਕੰਮ ਨਹੀਂ ਹੋਣਾ। ਤੁਹਾਡੇ ਘਰ ਰੰਗ ਮਾਰਨ ਵਾਲਾ ਵਾ, ਤੁਸੀਂ ਨਹੀਂ ਮਾਰਦੇ ਤੇ ਵੱਜੂਗਾ ਰੰਗ ਆਪਣੇ ਆਪ? ਨਿੱਜਰ ਸਾਹਿਬ ਨਹੀਂ, ਕਿੱਥੋਂ ਵੱਜੂਗਾ? ਕੌਣ ਮਾਰ ਜੂਗਾ? ਲੋਕੀ ਆਪਣੇ ਰੰਗ ਮਾਰਨਗੇ, ਤੁਹਾਡੇ ਘਰ ਮਾਰਨਗੇ। ਇਸੇ ਤਰ੍ਹਾਂ ਜਿੰਨਾ ਚਿਰ ਤੱਕ ਅਸੀਂ ਆਪਣੇ ਟਾਈਮ ਦਾ ਇਨਵੈਸਟਮੈਂਟ ਨਹੀਂ ਕਰਦੇ, ਦੇਖੋ ਗੁਰਮੁਖ ਹੋਵੇ ਤੇ ਕਾਇਆ ਖੋਜੇ। ਪਾਣੀ ਦੇਖੋ, ਜੰਗਲ ਮੈਂ ਕਿਆ ਢੂੰਡੇ ਵਣ ਕੰਡੇ ਮੋੜੇ, ਉੱਥੇ ਕੀ ਲੱਭਦਾ ਫਿਰਦਾ ਹੈ? ਤੂੰ ਅੰਦਰ ਲੱਭ ਆਪਣੇ ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ। ਕਿੱਥੇ ਨਹਾਉਣਾ ਤੂੰ? ਆਪਣੇ ਅੰਦਰ। ਤੇ ਨਹਾਉਣਾ ਕਿੰਨੇ ਆ? ਵਿਚਾਰਾਂ ਨੇ ਨਹਾਉਣਾ ਵਾ। ਜਦੋਂ ਤੁਸੀਂ ਆਪਣੇ ਵਿਚਾਰਾਂ ਦਾ ਇਸ਼ਨਾਨ ਕਰਾਉਣਾ ਸ਼ੁਰੂ ਕੀਤਾ ਆਪਣੇ ਦੇ ਚਿੱਤ ਦੇ ਅੰਦਰ, ਤੁਸੀਂ ਵੇਖੋਗੇ ਉਹ ਗੱਲ ਖਤਮ ਹੋ ਗਈ। ਅੰਦਰੋਂ ਸਾਰਾ ਮਸ਼ੀਨ ਹੀ ਸਹੀ ਹੋ ਜਾਣੀ ਆ। ਬਾਹਰ ਦੇ ਕੇਵਲ ਪਰਛਾਵੇਂ ਆ, ਬਾਹਰ ਦੇ ਆਪਾਂ ਐਵੇਂ ਲੜਦੇ ਫਿਰਦੇ ਲੋਕਾਂ ਨਾਲ। ਔਰ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਜਦੋਂ ਤੁਸੀਂ ਭਗਤੀ ਕੀਤੀ, ਤੁਹਾਡੇ ਅੰਦਰ ਬ੍ਰਹਮ ਅਗਨ ਪ੍ਰਗਟ ਹੋਣੀ ਆ। ਬ੍ਰਹਮ ਅਗਨ ਨੇ ਆਟੋਮੈਟਿਕਲੀ ਜਿਹੜੀ ਇਛਾਵਾਂ ਤੇ ਤ੍ਰਿਸ਼ਨਾਵਾਂ ਨਾ, ਇਹਨਾਂ ਨੂੰ ਖਤਮ ਕਰ ਦੇਣਾ। ਤੇ ਫਿਰ ਕੀ ਪੈਦਾ ਹੋਣਾ? ਵਿਰਾਗ ਪੈਦਾ ਹੋ ਜਾਣਾ। ਤੇ ਵਿਰਾਗ ਦਾ ਮਤਲਬ ਕੀ ਹੈ? ਇਹ ਨਹੀਂ ਕਿ ਸੰਸਾਰ ਤੋਂ ਭੱਜਣਾ ਹੈ। ਰਾਜਾ ਜਨਕ ਵੀ ਰਾਜਾ ਸੀ, ਰਹਿਣਾ ਤੁਸੀਂ ਸੰਸਾਰ 'ਚ ਹੀ ਆ, ਪਰ ਸੰਸਾਰ ਦੇ ਵਿੱਚ ਹੁਣ ਕੀ ਅਟੈਚਮੈਂਟ ਨਹੀਂ ਹੈਗੀ। ਨਿਊਟਰਲ ਗੱਡੀ ਬੈਠੀ ਹੈ, ਬਸ ਉਹ ਗੱਲ ਖਤਮ ਹੋ ਗਈ। ਇਹਨੂੰ ਆਪ ਤੁਸੀਂ ਨਿਊਟਰਲ ਕਰ ਸਕਦੇ, ਪਰ ਜਿੱਦਾਂ ਤੁਸੀਂ 5ਵਾਂ-6ਵਾਂ ਗੇਅਰ ਪਾ ਕੇ ਬੈਠੇ ਜੋ, ਫਿਰ ਗੱਡੀ ਕਿੱਥੇ ਰੁਕਣੀ ਹੈ? ਇਹ ਨਹੀਂ ਰੁਕਣੀ, ਫਿਰ ਤੁਰੀ ਜਾਣੀ ਹੈ। ਤੁਰੀ ਜਾਓ। ਇਹ ਸੰਸਾਰ ਤੇ ਕੋਈ ਜਲਦੀ ਨਹੀਂ ਹੈ ਕਿਸੇ ਕੋ। ਇਹ ਪ੍ਰਕਿਰਤੀ ਨੂੰ, ਇਹਨਾਂ ਧਰਤੀਆਂ ਦੀ ਉਮਰਾਂ ਵੇਖੋ, ਇਹ ਸੂਰਜ ਦੀ ਉਮਰ ਵੇਖੋ,
आपने नहीं देखिया कल युग दी सतयुग दी द्वापर दी त्रेते दी किन्नी किन्नी वड्डी आयु क्यों है आयु इन्नी लंबी है आले चंद्रमा कदे एक दिन च खत्म हो चलिया वो कुदरत ने बनाए लंबे चौड़े खाते आ ਆਪਾਂ ਘੁੰਮੀ ਜਾਣਾ ਇਸੇ ਤਰ੍ਹਾਂ ਘੁੰਮੀ ਜਾਓ ਇਹ ਆਪਾਂ ਘੁੰਮ ਰਹੇ ਆ ਰਾਉਂਡ ਚ ਘੁੰਮ ਰਹੇ ਆ ਜੰਮੇ ਮਰੇ ਇਸੇ ਤਰ੍ਹਾਂ ਬੰਦਾ ਇਹ ਆਪਣੀਆਂ ਇਛਾਵਾਂ ਦੇ ਪਿੱਛੇ ਭੱਜ ਰਿਹਾ ਹੁਣ ਦੇਖੋ ਇਨਸਾਨ ਕਿਹਨੂੰ ਪਤਾ ਰੱਬ ਦੇ ਬਾਰੇ ਕੋਈ ਨੂੰ ਕੋ ਉਹ ਕਹਿੰਦੇ ਨਹੀਂ ਜੀ ਸਾਡੇ ਕੋਲ ਤਾਂ ਉਦਾਂ ਹੀ ਬੜੇ ਕੰਮ ਹੈ ਪਰ ਉਹ ਨਹੀਂ ਸੋਚਦਾ ਤੂੰ ਇੱਕ ਇਨਸਾਨ ਆ ਤੂੰ ਕੋਈ ਖੋਤਾ ਕੋਈ ਜਾਨਵਰ ਕੋਈ ਮੱਝ ਗਾਂ ਨਹੀਂ ਹੈਗਾ ਤੂੰ ਕਿਤੇ ਆਪਣੀ ਬੁੱਧੀ ਤੋਂ ਕੰਮ ਨਹੀਂ ਲੈਣ ਦਿਆ ਤੂੰ ਕਰਨ ਕੀ ਦਿਆ ਵਾ ਤੇਰੇ ਜੀਵਨ ਦੀ ਪ੍ਰਾਪਤੀ ਕੀ ਆ ਉਹ ਕਹਿੰਦਾ ਪ੍ਰਾਪਤੀ ਤੇ ਹੋਈ ਆ ਘਰ-ਬਾਰ ਬਣਾ ਲਿਆ ਗੱਡੀਆਂ ਲੈ ਲਈਆਂ ਬੱਚੇ ਮੇਰੇ ਕਾਲਜ ਜਾਂਦੇ ਆ ਬਸ ਗੱਲ ਖਤਮ ਹੋ ਗਈ ਕੀ ਇਹ ਪ੍ਰਾਪਤੀ ਹੈ ਇਹ ਵੀ ਇੱਕ ਲੈਵਲ ਤੇ ਤੁਹਾਨੂੰ ਲੱਗਦੀ ਆ ਤੁਸੀਂ ਥੋੜੇ ਜਿਹੇ ਬੁੱਝ ਗਏ ਨਾ ਤੁਸੀਂ ਕਹਿਣਾ ਇਹ ਤੇ ਪ੍ਰਾਪਤੀ ਤੇ ਮੈਨੂੰ ਜ਼ਹਿਰ ਵਾਂਗੂ ਲੱਗਣ ਦੀ ਮੁੜ ਕੇ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਇਹ ਪ੍ਰਾਪਤੀ ਤੁਹਾਨੂੰ ਜ਼ਹਿਰ ਵਾਂਗੂ ਲੱਗਣੀ ਆ ਉਹ ਤੁਸੀਂ ਕਹਿਣਾ ਕਿ ਏਡੀ ਵੱਡੀ ਮੈਂ ਕੁਰਬਾਨੀ ਦੇ ਬੈਠਾ ਏਡਾ ਵੱਡਾ ਮੈਂ ਸ਼ਦਾਈ ਕਿਉਂਕਿ ਉਹ ਤਿੱਤਰ ਬਟੇਰ ਤੋੜ ਗਏ ਆਲਣੇ ਰਹਿ ਜਾਣੇ ਹਾਂ ਆਲਣੇ ਰਹਿ ਜਾਣੇ ਨਾਲੇ ਗੋਰਖੀ ਸਾਹਿਬ ਦੇਖੋ ਆਪ ਵੀ ਜਿਹੜਾ ਹੈਗਾ ਆਪ ਵੀ ਉਚਾਈ ਨਹੀਂ ਫੜ ਸਕਿਆ ਔਰ ਉਹਨਾਂ ਨੂੰ ਵੀ ਜਿਹੜਾ ਹੈਗਾ ਉਹਨਾਂ ਨੂੰ ਵੀ ਧਿਆਨ ਸਿਮਰਨ ਵਾਲੀ ਗੱਲ ਜਿਹੜੀ ਹੈ ਇਸ ਪਾਸੇ ਜਿਹੜਾ ਹੈਗਾ ਉਹਨਾਂ ਨੂੰ ਵੀ ਨਹੀਂ ਦੇ ਸਕਿਆ ਇਹ ਚੀਜ਼ ਹਾਂਜੀ ਵੀਰ ਜੀ ਹਾਂ ਉਹਨਾਂ ਨੂੰ ਤੇ ਉਹਨਾਂ ਦਾ ਮਤਲਬ ਇਹੋ ਹੀ ਕਿ ਉਹਨਾਂ ਨੂੰ ਇਹ ਦੱਸੋ ਕਿ ਬਈ ਪੁੱਤ ਦੇਖ ਪੈਸਾ ਕਮਾਉਣਾ ਘਰ-ਬਾਰ ਬਣਾਉਣਾ ਇਹ ਵੀ ਜ਼ਰੂਰੀ ਹੈ ਪਰ ਪੁੱਤ ਇੱਕ ਚੰਗਾ ਇਨਸਾਨ ਬਣਨਾ ਬਹੁਤ ਜ਼ਰੂਰੀ ਕਿਉਂਕਿ ਜੇਕਰ ਤੂੰ ਚੰਗਾ ਇਨਸਾਨ ਹੀ ਨਾ ਬਣਿਆ ਤੇ ਆਖਰ ਤੇ ਸੰਸਾਰ ਨੇ ਤੈਨੂੰ ਦੰਦੀਆਂ ਵੱਢਣ ਪੈਣਾ ਵਾ ਤੈਨੂੰ ਇਹ ਤੂੰ ਦੁਖੀ ਹੋ ਜਾਣਾ ਇਸ ਤੋਂ ਕਿਉਂਕਿ ਮੇਨ ਚੀਜ਼ ਤੇ ਛੱਡਦੀ ਹੈ ਤੂੰ ਬਾਕੀ ਤੇ ਔਰ ਚੰਗਾ ਇਨਸਾਨ ਹੋਣ ਦਾ ਮਤਲਬ ਹੀ ਹੈ ਆਤਮਾ ਦੇ ਤੱਤ ਤੇ ਜੀਣਾ ਚੰਗਿਆਈ ਤੇ ਕਿਰਕੋ ਆਊਗੀ ਜਿਹੜਾ ਆਤਮਾ ਦੇ ਲਾਗੇ ਆ ਜਿਹਨੂੰ ਬੋਧ ਹੋ ਗਿਆ ਜਿਹਨੂੰ ਗਿਆਨ ਹੋ ਗਿਆ ਔਰ ਜਿਹਨੇ ਉਸ ਪਰਮਾਤਮਾ ਨੂੰ ਸਪਰਸ਼ ਕਰ ਲਿਆ ਕਿ ਇਹ ਨਿਰਵਿਚਾਰ ਹੋ ਗਿਆ ਬਸ ਉਹੀ ਬੰਦਾ ਸ਼ਾਂਤ ਹੋ ਜਾਣਾ ਇੰਨੀ ਵਿਚਾਰ ਨੇ ਜੱਸਾ ਬਾਈ ਦੀ ਹਾਂਜੀ ਬਹੁਤ ਵਧੀਆ ਗੋਰਖੀ ਸਾਹਿਬ ਅੱਜ ਨਾ ਦੋ ਅਰਦਾਸਾਂ ਹੈਗੀਆਂ ਇੱਕ ਜਿਹੜੇ ਹੈਗੇ ਆਪਣੇ ਦੋਨੋਂ ਹੀ ਆਪਣੇ ਸਾਧਕ ਹੈਗੇ ਹੈਲੋ ਹਾਂਜੀ ਵੀਰ ਜੀ ਅਰਦਾਸ ਕਰਨੀ ਸੀਗੀ ਨਾ ਘਰ ਦੇ ਨਾ ਪੁੰਨੇ ਗਏ ਨੇ ਮੋਟਰਸਾਈਕਲ ਤੇ ਅਰਦਾਸ ਕਰਦੇ ਠੀਕ ਠਾਕ ਪਹੁੰਚਣ ਠੀਕ ਹੈ ਜੀ ਇਹ ਨਾ ਆਪਣੇ ਇੱਕ ਆਪਣੇ ਸਾਧਕ ਹੈਗੇ ਹੁਣ ਵੀ ਹੈਗੇ ਵਿੱਚ ਹੀ ਹੈਗੇ ਦੋਨੋਂ ਤੇ ਉਹਨਾਂ ਦੇ ਵਾਸਤੇ ਜਿਹੜਾ ਹੈਗਾ ਉਹਨਾਂ ਦੀ ਘਰਵਾਲੀ ਨੂੰ ਸਰੀਰਕ ਕਸ਼ਟ ਹੈਗਾ ਇੱਕ ਜਿਹੜੇ ਹੈਗੇ ਉਹ ਚਾਹੁੰਦੇ ਆ ਬਈ ਧਿਆਨ ਸਿਮਰਨ ਜਿਹੜਾ ਹੈਗਾ ਉਹਦੇ ਵੱਲ ਵਾਧਾ ਹੋ ਜਾਏ ਤੇ ਸਾਰੀ ਸੰਗਤ ਦੇ ਵਾਸਤੇ ਜਿਹੜਾ ਹੈਗਾ ਇਹ ਤਾਂ ਜ਼ਰੂਰੀ ਕਰਿਆ ਅਰਦਾਸ ਆਪਾਂ ਕਰਦੇ ਹਾਂ ਵੀ ਸਾਰਿਆਂ ਨੂੰ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਇਸ ਪਾਸੇ ਜਿਹੜਾ ਹੈਗਾ ਤਰੱਕੀ ਦੇ ਇਹ ਕਰ ਦਿਓ ਗੋਰਖੀ ਸਾਹਿਬ ਠੀਕ ਹੈ ਜੀ ਏਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰਗ ਗੁਰ ਪ੍ਰਸਾਦ ਮੇਰੇ ਪਿਤਾ ਗਰੀਬ ਨਵਾਜ ਮੇਰ ਕਰੋ ਬਾਣੀ ਪੜ੍ਹਦੇ ਆ ਵਿਚਾਰ ਕਰਦੇ ਆ ਬਾਣੀ ਸਰਵਣ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਗਲਤੀਆਂ ਹੋ ਗਈਆਂ ਤੇ ਦਾਨ ਬੱਚੇ ਸਮਝ ਕੇ ਮਾਫ ਕਰੋ ਤੇ ਤੁਝ ਬੁੱਧ ਦੇ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਦੇਹ ਨਿਰੋਗਤਾ ਬਖਸ਼ਣੀ ਤੰਦਰੁਸਤੀ ਬਖਸ਼ਣੀ ਮੇਰੇ ਪਿਤਾ ਤਿੰਨ ਅਰਦਾਸਾਂ ਆਈਆਂ ਨੇ ਇੱਕ ਤੇ ਜੀਵਨ ਸਾਥੀ ਦੇ ਬਾਰੇ ਕਰਾ ਰਹੇ ਨੇ ਉਹ ਕਹਿੰਦੇ ਨੇ ਇੱਕ ਯਾਤਰਾ ਤੇ ਗਏ ਉਹਨਾਂ ਨੂੰ ਆਪਣੀ ਦ੍ਰਿਸ਼ਟੀ ਬਖਸ਼ੋ ਤਾਂ ਜੋ ਉਹ ਚੰਗੇ ਤਰੀਕੇ ਨਾਲ ਆਪਣੇ ਉਹ ਜਿਹੜੀ ਯਾਤਰਾ ਕਰ ਰਹੇ ਉਹ ਪੂਰੀ ਕਰਨ ਦੂਸਰੀ ਮੇਰੇ ਪਿਤਾ ਇੱਕ ਅਰਦਾਸ ਹੋ ਰਹੀ ਹੈ ਉਹ ਦੋਨੋਂ ਜੀ ਕਹਿ ਰਹੇ ਨੇ ਕਿ ਆਪ ਦੇ ਨਾਮਦਾਨ ਬਖਸ਼ੋ ਉਹਨਾਂ ਨੂੰ ਇੱਕ ਦਿਨ ਰੋਕਦਾ ਬਖਸ਼ੋ ਮੇਰੇ ਮਾਲਕ ਤਾਂ ਜੋ ਇਹ ਭਗਤੀ ਵਾਲਾ ਜਿਹੜਾ ਸਫ਼ਰ ਹੈ ਉਹ ਸਹੀ ਤਰੀਕੇ ਨਾਲ ਪੂਰਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸਾਧ ਸੰਗਤ ਤੁਸੀਂ ਚੁੱਪ ਜੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।